ਜਿਹੜਾ ਸਰਕਾਰ ਦਾ ਏਮ ਆ ਉਹ ਹੈਗਾ ਕਿ ਅਸੀਂ 6 ਲੱਖ ਕਰੋੜ ਟੂ ਬੀ ਐਗਜ਼ੈਕਟ 5.96 ਕਰੋੜ ਜਿਹੜਾ ਰੁਪਈਆ ਆ ਉਹ ਇਕੱਠਾ ਕਰਨਾ ਚਾਹੁੰਦੇ 4 ਸਾਲ ਦੇ ਵਿੱਚ। ਜੀ ਤੇ ਉਹ ਕਰਨਾ ਕਿਸ ਤਰੀਕੇ ਦੇ ਨਾਲ ਉਹ ਕਰਨਾ ਆ ਕਿ ਜਿਹੜਾ ਇਹਨਾਂ ਦੇ ਐਸੈਟਸ ਨੇ ਸਰਕਾਰੀ ਉਹਨਾਂ ਨੂੰ ਲੀਜ਼ ਆਊਟ ਕਰਕੇ ਉਹਦੇ ਵਿੱਚ ਜਿਹੜੇ ਜ਼ਿਆਦਾ ਨੇ ਉਹ ਹੈਗੀਆਂ ਨੇ ਰੋਡਸ, ਹਾਈਵੇਜ਼, 에ਅਰਪੋਰਟ, ਪੋਰਟ, ਰੇਲਵੇ, ਪਾਵਰ ਟਰਾਂਸਮਿਸ਼ਨ, ਇਹ ਸਾਰਾ ਕੁਝ ਜਿਹੜਾ ਵਾ ਉਹਨੂੰ ਲੀਜ਼ ਆਊਟ ਕਰਨਾ ਚਾਹੁੰਦੇ। ਕੀਤਾ ਕਿਉਂ ਸਰਕਾਰ ਨੇ ਇਸ ਕਰਕੇ ਕੀਤਾ ਕਿ ਜਿਹੜੀ ਗਵਰਨਮੈਂਟ ਦੇ ਫਾਈਨਾਂਸਿਸ ਨੇ ਇਸ ਵੇਲੇ ਬੜੀ ਇਟਸ ਇਨ ਅ ਬੈਡ ਸ਼ੇਪ। ਤੇ ਪਰਸੋਂ ਉਹਦੇ ਲਈ ਜ਼ਿੰਮੇਦਾਰ ਸਰਕਾਰਾਂ ਹੀ ਨੇ ਨਾ। ਸਰਕਾਰਾਂ ਇਹ ਹੁਣ ਸਰਕਾਰਾਂ ਆਪਣੇ ਤੇ ਨਹੀਂ ਲੈਂਦੀਆਂ ਨਾ, ਕੋਵਿਡ ਕਰਕੇ ਜੀ ਇਕਨੋਮਿਕ ਐਕਟੀਵਿਟੀ ਨਹੀਂ ਹੈ। ਮੈਂ ਇਸ ਪੁਆਇੰਟ ਦਾ ਹੈ ਕਿ ਇਨਫਰਾਸਟ੍ਰਕਚਰ ਡਿਵੈਲਪ ਕਰਨਾ ਚਾਹੀਦਾ ਸਰਕਾਰ ਨੂੰ, ਲੇਕਿਨ ਜਿਹੜਾ ਤਰੀਕਾ ਹੈ ਕਿ ਐਸੈਟ ਲੀਜ਼ ਆਊਟ ਕਰਕੇ ਉਹ ਮੈਨੂੰ ਕੋਈ ਬਹੁਤ ਸਹੀ ਨਹੀਂ ਲੱਗਦਾ। ਦੇਖੋ ਇਹ ਗੱਲ ਜਿਹੜੀ ਹੈ ਨਾ ਤੁਹਾਡੇ ਸਾਹਮਣੇ ਆ ਜਾਣੀ ਹੋਰ ਆਉਣ ਵਾਲੇ ਸਮੇਂ ਦੇ ਵਿੱਚ ਕਿ ਉਹ ਕਿਹੜੇ ਪ੍ਰਾਈਵੇਟ ਕਾਰਪੋਰੇਟ ਹਾਊਸਿਸ ਨੇ ਜਿਨ੍ਹਾਂ ਨੂੰ ਇਹ ਲੀਜ਼ ਆਊਟ ਕੀਤਾ ਜਾਂਦਾ ਹੈ। ਜਿਸ ਤਰ੍ਹਾਂ ਮੈਂ ਪਹਿਲਾਂ ਕਿਹਾ ਕਿ ਅਗਰ ਸਰਕਾਰ ਚਾਹੁੰਦੀ ਹੈ ਕਿ ਇਹਨੂੰ ਪ੍ਰੋਪਰ ਪੈਸੇ ਰੀਅਲਾਈਜ਼ ਕਰੇ, ਜੇ ਇਹੀ ਕੰਮ ਕਰਨਾ ਹੈ, ਹਾਲਾਂਕਿ ਮੈਂ ਇਹਦੇ ਹੱਕ 'ਚ ਨਹੀਂ ਹੈ, ਤਾਂ ਫਿਰ ਇਹਨਾਂ ਨੂੰ ਗਲੋਬਲ ਟੈਂਡਰ ਦੇਣਾ ਚਾਹੀਦਾ ਹੈ, ਕੰਪੀਟੀਸ਼ਨ ਜਿਹੜਾ ਵਧਾਉਣਾ ਚਾਹੀਦਾ ਹੈ ਤਾਂ ਕਿ ਮੋਨੋਪਲਾਈਜ਼ ਨਾ ਹੋ जाए। D4 न्यूज़ देख रहे तमाम दोस्तों को दीपक भंडारी का नमस्कार। एक सप्ताह पहले केंद्र सरकार की ओर से इतना बड़ा फैसला ले लिया जाता है कि कुछ सेक्टर बेचकर इससे लाखों करोड़ों रुपए की कमाई की जाए। इतना बड़ा फैसला हो गया, लेकिन मीडिया में इसकी चर्चा तक नहीं हुई। सरकार एयरपोर्ट, रेलवे, कई सड़कें और कई ऐसे सेक्टर हैं जो निजी हाथों में सौंपने जा रहे हैं। हालांकि ये कहा जा रहा है कि ये तमाम सेक्टर 25 सालों के लिए निजी हाथों में सौंपे जाएंगे, लेकिन सबसे बड़ा सवाल यह है सरकार प्राइवेट कंपनियों के मालिकों को प्रफुल्लित करने के लिए क्या देश की संपत्तियां आखिरकार बेच क्यों रही है। इतना ही नहीं, हमारे केंद्रीय मंत्रियों ने इसके फायदे गिनाने भी कोशिश कर दी है कि लेकिन क्या इतिहास इस बात का गवाह है जो प्राइवेट सेक्टर आज इन कंपनियों को ले रहे हैं, क्या भविष्य में भी उनकी इसी तरह उनके पास अरबों खरबों रुपए रहेंगे, क्योंकि कई ऐसे लोग हैं जो देश का पैसा लेकर भाग गए। आज हम इन सब बातों को लेकर इसी पर चर्चा करेंगे। हमारे साथ हैं इकोनॉमिस्ट हैं, गुरु नानक देव यूनिवर्सिटी के ये इकोनॉमिक्स विभाग के हेड वो प्रोफेसर रह चुके हैं। हम बात कर रहे हैं डॉक्टर प्रोफेसर शरणजीत सिंह ढिल्लों की। ढिल्लों साहब सत श्री अकाल। ढिल्लों साहब पहला तो सवाल है भी सरकार ये क्यों कर रही है ये सारे काम। देखो ਜਿਹੜੀਆਂ ਕੰਪਨੀਆਂ ਉਹ ਦੇਖਿਆ ਜਾ ਰਿਹਾ, ਲੋਕਾਂ ਨੂੰ ਤੇ ਇਹ ਸਮਝ ਨਹੀਂ ਆ ਰਹੀ ਵੀ ਉਹ ਚੀਜ਼ਾਂ ਨੂੰ ਪ੍ਰਾਈਵੇਟ ਹੱਥਾਂ 'ਚ ਦਿੱਤਾ ਜਾ ਰਿਹਾ ਜਿਹੜੇ ਪ੍ਰੋਫਿਟ ਜਿਹੜੀਆਂ ਦੇ ਰਹੀਆਂ ਪਹਿਲੇ ਹੀ ਗਵਰਨਮੈਂਟ ਨੂੰ। ਦੇਖੋ ਪਹਿਲੋਂ ਇਸ ਤੋਂ ਪਹਿਲਾਂ ਮੈਂ ਤੁਹਾਡੇ ਇਸ ਦਾ ਜਵਾਬ ਦੇਵਾਂ, ਪਹਿਲਾਂ ਤਾਂ ਗੱਲ ਸਮਝਣ ਵਾਲੀ ਆਮ ਆਦਮੀ ਨੂੰ ਸ਼ਾਇਦ ਇਹ ਵੀ ਨਹੀਂ ਸਮਝ ਆ ਰਹੀ ਵੀ ਇਹ ਮੋਨੇਟਾਈਜੇਸ਼ਨ ਕੀ ਹੈ। ਅੱਛਾ ਪਹਿਲੇ ਜਿਹੜਾ ਡਿਸਇਨਵੈਸਟਮੈਂਟ ਐਂਡ ਮੋਨੇਟਾਈਜੇਸ਼ਨ ਮਤਲਬ ਇਹ ਹੈ ਕਿ ਪਹਿਲੋਂ ਇਹਨਾਂ ਨੇ ਡੀਮੋਨੇਟਾਈਜੇਸ਼ਨ ਕੀਤੀ, ਪੈਸਾ ਇਕਨੋਮੀ ਚੋਂ ਬਾਹਰ ਕੱਢਤਾ। ਹਾਂਜੀ ਹੁਣ ਮਤਲਬ ਸਰਕਾਰ ਜਿਹੜੀ ਹੈ ਇਹਦਾ ਰੈਵਨਿਊ ਇਹਦੇ ਕੋਲ ਬਹੁਤ ਘੱਟ ਹੈ ਇਸ ਵੇਲੇ, ਸ਼ਾਰਟਫਾਲਸ ਨੇ। ਉਹ ਸ਼ਾਰਟਫਾਲ ਨੂੰ ਪੂਰਾ ਕਰਨ ਵਾਸਤੇ ਸਰਕਾਰ ਆਪਣੇ ਜਿਹੜੇ ਨਿੱਜੀ ਹੱਥਾਂ 'ਚ ਜਿਹੜੇ ਅਦਾਰੇ ਨੇ ਉਹਨਾਂ ਨੂੰ ਲੀਜ਼ ਆਊਟ ਕਰਕੇ, ਵੇਚ ਕੇ ਨਹੀਂ, ਲੀਜ਼ ਆਊਟ ਕਰਕੇ ਉਹ ਪੈਸਾ ਜਿਹੜਾ ਕਮਾਉਣਾ ਚਾਹੁੰਦੇ ਆ, ਜਿਹਨੂੰ ਇਹਨਾਂ ਨੇ ਕਿਹਾ ਆ ਨੈਸ਼ਨਲ ਮੋਨੇਟਾਈਜੇਸ਼ਨ ਪਾਈਪਲਾਈਨ। ਪ੍ਰੋਗਰਾਮ ਦਾ ਨਾਮ ਰੱਖਿਆ ਨੈਸ਼ਨਲ ਮੋਨੇਟਾਈਜੇਸ਼ਨ ਪਾਈਪਲਾਈਨ, ਜਿਹਨੂੰ ਅਸੀਂ ਐਸੈਟ ਮੋਨੇਟਾਈਜੇਸ਼ਨ ਵੀ ਕਹਿੰਦੇ ਆ, ਕਿ ਜਿਹੜੇ ਆਪਣੇ ਐਸੈਟਸ ਨੇ ਉਹਨਾਂ ਨੂੰ ਲੀਜ਼ ਆਊਟ ਕਰਕੇ ਪੈਸਾ ਜਿਹੜਾ ਵਾ ਆਪਣੇ ਹੱਥ 'ਚ ਆ ਜਾਏ। ਨਹੀਂ ਸਰ, ਇਹਦੇ ਨਾਲ ਮੈਂ ਇੱਕ ਸਵਾਲ ਤੁਹਾਨੂੰ ਜੋੜ ਰਿਹਾ ਵੀ ਇਹ ਸਿਰਫ ਉਹਨਾਂ ਲੋਕਾਂ ਨੂੰ ਹੀ ਕਿਉਂ ਪ੍ਰਫੁੱਲਤ ਕਰ ਰਹੀ ਹੈ ਜਿਹੜੇ ਲੋਕ ਪਹਿਲੇ ਸਰਕਾਰ ਦੀ ਗੋਦ 'ਚ ਬਹਿ ਕੇ ਖੇਡ ਰਹੇ ਨੇ। ਉਹ ਦੇਖੋ ਅਜੇ ਇਹ ਕਹਿੰਦੇ ਤਾਂ ਨਹੀਂ ਹੈ ਇਸ ਤਰ੍ਹਾਂ, ਆਪਾਂ ਅੱਗੇ ਚੱਲ ਕੇ ਇਹਦੇ ਬਾਰੇ ਵੀ ਗੱਲ ਕਰਦੇ ਹਾਂ। ਹੁਣ ਜਿਹੜਾ ਸਰਕਾਰ ਦਾ ਏਮ ਆ ਉਹ ਹੈਗਾ ਕਿ ਅਸੀਂ 6 ਲੱਖ ਕਰੋੜ ਟੂ ਬੀ ਐਗਜ਼ੈਕਟ 5.96 ਕਰੋੜ ਜਿਹੜਾ ਰੁਪਈਆ ਆ ਉਹ ਇਕੱਠਾ ਕਰਨਾ ਚਾਹੁੰਦੇ 4 ਸਾਲ ਦੇ ਵਿੱਚ। ਤੇ ਉਹ ਕਰਨਾ ਕਿਸ ਤਰੀਕੇ ਦੇ ਨਾਲ ਉਹ ਕਰਨਾ ਆ ਕਿ ਜਿਹੜਾ ਇਹਨਾਂ ਦੇ ਐਸੈਟਸ ਨੇ ਸਰਕਾਰੀ ਉਹਨਾਂ ਨੂੰ ਲੀਜ਼ ਆਊਟ ਕਰਕੇ ਪ੍ਰਾਈਵੇਟ ਹੱਥਾਂ ਨੂੰ ਲੀਜ਼ ਆਊਟ ਕਰਨਾ ਹੈ। 에ਅਰਪੋਰਟ ਵੀ ਨੇ, ਉਹਦੇ ਵਿੱਚ ਜਿਹੜੇ ਜ਼ਿਆਦਾ ਨੇ ਉਹ ਹੈਗੀਆਂ ਨੇ ਰੋਡਸ, ਹਾਈਵੇਜ਼, 에ਅਰਪੋਰਟ, ਪੋਰਟ, ਰੇਲਵੇ, ਪਾਵਰ ਟਰਾਂਸਮਿਸ਼ਨ, ਇਹ ਸਾਰਾ ਕੁਝ ਜਿਹੜਾ ਵਾ ਉਹਨੂੰ ਲੀਜ਼ ਆਊਟ ਕਰਨਾ ਚਾਹੁੰਦੇ। ਹੁਣ ਸਵਾਲ ਇਹ ਆ ਜਿਹੜਾ ਤੁਸੀਂ ਗੱਲ ਕਰ ਰਹੇ ਹੋ ਕਿ ਕਿਉਂ ਕਰਨਾ ਚਾਹੁੰਦੇ, ਕਿ ਸਰਕਾਰ ਇਹ ਕਹਿੰਦੀ ਹੈ ਕਿ ਇਹ ਜਿਹੜੇ ਇਨਫਰਾਸਟ੍ਰਕਚਰ ਅਸੀਂ ਡਿਵੈਲਪ ਕੀਤਾ ਆ ਇਹ ਅਸੀਂ ਪ੍ਰਾਈਵੇਟ ਨੂੰ ਲੀਜ਼ ਆਊਟ ਕਰਾਂਗੇ, ਉਹ ਆਪਰੇਟ ਕਰਨਗੇ ਤੇ ਜਿਹੜਾ ਪੈਸਾ ਉੱਥੋਂ ਆਏਗਾ ਉਹਦੇ ਨਾਲ ਅਸੀਂ ਹੋਰ ਇਨਫਰਾਸਟ੍ਰਕਚਰ ਜਿਹੜਾ ਵਾ ਉਹ ਪੈਦਾ ਕਰਾਂਗੇ। ਔਰ ਸਰਕਾਰ ਨੇ ਜਿਹੜੀ ਕੈਲਕੂਲੇਸ਼ਨ ਕੀਤੀ ਉਹਦੇ ਵਿੱਚ ਇਹ ਹੈ ਕਿ ਤਕਰੀਬਨ ਜਿੰਨਾ ਇਨਫਰਾਸਟ੍ਰਕਚਰ ਦੇ ਉੱਤੇ ਆਊਟਲੇ ਹੈ 4 ਸਾਲ ਦਾ, ਉਹਦਾ ਟੋਟਲ ਪੈਸਾ ਜਿਹੜਾ 6 ਲੱਖ ਕਰੋੜ ਹੈ 14% ਬਣੇਗਾ।
ਯਾਨੀ ਕਿ 14% ਬਾਹਰੋਂ ਇਹ ਪੰਪ ਇਨ ਕਰਨਾ ਚਾਹੁੰਦੇ ਆ ਪ੍ਰਾਈਵੇਟ ਹੱਥਾਂ ਚੋਂ, ਪ੍ਰਾਈਵੇਟ ਸੈਕਟਰ ਤੋਂ ਗਵਰਨਮੈਂਟ ਚ ਲਿਆ ਕੇ, ਤੇ ਉਹ ਪੈਸਾ ਜਿਹੜਾ ਵਾ ਉਹ ਸਰਕਾਰ ਇਹਦੇ ਤੇ ਲਾਉਣਾ ਚਾਹੁੰਦੀ ਆ ਇਨਫਰਾਸਟ੍ਰਕਚਰ ਡਿਵੈਲਪ ਕਰਨ ਇਹਦੇ ਚ ਦੇਖੋ ਨਾ, ਜਨਤਾ ਤੇ ਜਾਨਣਾ ਚਾਹੀਏ ਨਾ, ਇਹ ਰੋਡਸ ਬਣਾਉਂਦੇ ਆ ਤੇ ਰੋਜ਼ ਇਹਨਾਂ ਦਾ ਵੱਡੇ ਵੱਡੇ ਵਿਗਿਆਪਨ ਆਉਂਦੇ ਆ ਵੀ ਇੰਨੇ ਕਿਲੋਮੀਟਰ ਸੜਕ ਰੋਜ਼ ਬਣਾਈ ਜਾ ਰਹੀ ਹੈ, ਇਸ ਕਾਂਗਰਸ ਇੰਨੀ ਸੜਕ ਕਿਲੋਮੀਟਰ ਬਣਾਉਂਦੀ ਸੀ। ਇਹਦੇ ਬਾਰੇ ਲੋਕਾਂ ਨੂੰ ਕਿਉਂ ਨਹੀਂ ਦੱਸਿਆ ਜਾ ਰਿਹਾ ਵੀ ਕਿਆ ਜਿਹੜੀਆਂ ਪ੍ਰੋਫਿਟ ਮੇਕਿੰਗ ਕੰਪਨੀਆਂ ਹੈ ਉਹਨਾਂ ਨੂੰ ਵੇਚ ਕੇ ਸਰਕਾਰ ਆਪਣੀ ਜ਼ਿੰਮੇਵਾਰੀ ਤੋਂ ਮੁਕਤ ਹੋਣ ਜਾ ਰਹੀ ਹੈ? ਮਤਲਬ ਇਹ ਜਿਹੜਾ ਜਿੱਥੋਂ ਤੱਕ ਤੇ ਪੈਸਾ ਇਕੱਠਾ ਕਰਨ ਦਾ ਹੈ ਨਾ, ਮੋਨੇਟਾਈਜੇਸ਼ਨ ਦਾ, ਉਹ ਤਾਂ ਠੀਕ ਲੱਗਦਾ ਹੈ ਜੀ, ਲੇਕਿਨ ਉਸ ਤਰੀਕਾ ਜਿਹੜਾ ਹੈ ਮੋਨੇਟਾਈਜੇਸ਼ਨ ਦਾ ਉਹ ਕੋਈ ਠੀਕ ਨਹੀਂ ਲੱਗ ਰਿਹਾ ਜੀ। ਉਹ ਇਸ ਕਰਕੇ ਠੀਕ ਨਹੀਂ ਲੱਗ ਰਿਹਾ ਕਿ ਇਹ ਕਹਿੰਦੇ ਕਿ ਇਹ ਸਾਰੀਆਂ ਅਸੀਂ ਜਿਹੜੀਆਂ ਨੇ ਚੀਜ਼ਾਂ ਲੀਜ਼ ਆਊਟ ਕਰਾਂਗੇ 25 ਸਾਲ ਜਾਂ 30 ਸਾਲ ਵਾਸਤੇ, ਲੰਬੇ ਸਮੇਂ ਵਾਸਤੇ। ਐਕਚੁਅਲੀ ਇਕਨੋਮਿਕਸ ਦੇ ਵਿੱਚ ਹੈ ਕਿ ਲੀਜ਼ ਆਊਟ ਕਰਨ ਦਾ ਮਤਲਬ ਇਹ ਹੈ ਕਿ ਜਿਹੜੀ ਤੁਹਾਨੂੰ ਆਉਣ ਵਾਲੇ 25 ਸਾਲਾਂ 'ਚ ਆਮਦਨ ਹੋਣੀ ਸੀ ਸਰਕਾਰ ਨੂੰ, ਉਹ ਤੁਸੀਂ ਚਾਹੁੰਦੇ ਆ ਕਿ ਅਸੀਂ ਹੁਣੇ ਹੀ ਲੈ ਲਈਏ। ਨੈਟ ਪ੍ਰੈਜ਼ੈਂਟ ਵੈਲਿਊ ਆਫ ਫਿਊਚਰ ਸਟ੍ਰੀਮਸ ਆਫ ਇਨਕਮ ਜਿਹੜੀ ਆ ਉਹ ਹੈ ਕਿ ਅਸੀਂ ਜਿਹੜੀ ਫਿਊਚਰ ਸਾਨੂੰ ਆਮਦਨ ਹੋਣੀ ਆ ਉਹ ਅਸੀਂ ਲੈ ਲਈਏ। ਹੁਣ ਇਹਦੇ 'ਚ ਮੈਂ ਤੁਹਾਨੂੰ ਇੱਕ ਗੱਲ ਦੱਸਣਾ ਚਾਹਾਂਗਾ ਕਿ ਇਹ ਜਿਹੜੇ ਐਸਟ ਵੇਚਣਾ ਚਾਹੁੰਦੇ ਆ ਜਾਂ ਲੀਜ਼ ਆਊਟ ਕਰਨਾ, ਵੇਚਣਾ ਵਰਡ ਲੀਜ਼ ਆਊਟ ਕਰਨਾ ਚਾਹੁੰਦੇ ਆ, ਉਹਨਾਂ ਨੂੰ ਇਹ ਕਹਿੰਦੇ ਨੇ ਕਿ ਬਰਾਊਨ ਫੀਲਡ ਐਸੈਟਸ। ਜੀ, ਬਰਾਊਨ ਫੀਲਡ ਐਸੈਟਸ ਉਹ ਹੁੰਦੇ ਜਿਹੜੇ ਆਲਰੇਡੀ ਆਪਰੇਸ਼ਨਲ ਨੇ, ਜਿਹੜੇ ਚੱਲ ਰਹੇ ਨੇ। ਜੀ। ਹੁਣ ਉਹਦੇ ਵਿੱਚ ਜਦੋਂ ਪ੍ਰਾਈਵੇਟ ਵਾਲਾ ਜਿਹੜਾ ਉਹ ਖਰੀਦੇਗਾ ਤਾਂ ਉਹਨੇ ਇਹ ਵੇਖਣਾ ਹੈ ਕਿ ਕੀ ਉਹਨੂੰ ਰਿਟਰਨਸ ਹੋਣਗੀਆਂ। ਹੁਣ ਰਿਟਰਨ ਉੱਥੇ ਹੋਏਗੀ ਜਿਹੜਾ ਬਰਾਊਨ ਫੀਲਡ ਐਸਟ ਜਿਹੜਾ ਆ ਉਹ ਬਹੁਤ ਐਫੀਸ਼ੀਐਂਟ ਨਹੀਂ ਹੈ ਸਰਕਾਰ ਦੇ ਹੱਥਾਂ 'ਚ, ਤੇ ਪ੍ਰਾਈਵੇਟ ਸੈਕਟਰ ਜਿਹੜਾ ਉਹਦੇ 'ਚ ਪੈਸਾ ਲਾ ਕੇ ਉਹਦੇ 'ਚ ਐਫੀਸ਼ੀਐਂਸੀ ਵਧਾਏਗਾ, ਤੇ ਜਿਹੜਾ ਕੈਸ਼ ਫਲੋ ਇਸ ਵੇਲੇ ਸਰਕਾਰ ਨੂੰ ਹੋ ਰਿਹਾ ਉਹ ਉਹਦੇ ਨਾਲੋਂ ਕੈਸ਼ ਫਲੋ ਜ਼ਿਆਦਾ ਕਰੇਗਾ, ਤੇ ਉਹ ਡਿਫਰੈਂਸ ਜਿਹੜਾ ਉਹਦਾ ਰਿਟਰਨ ਹੋਏਗੀ ਸਰਕਾਰ ਨੂੰ ਦੇਗਾ, ਤੇ ਆਪ ਰਿਟਰਨ ਲਏਗਾ ਤੇ ਕੈਸ਼ ਫਲੋ ਜ਼ਿਆਦਾ ਹੋਏਗਾ। ਪਰ ਇਹੋ ਹੀ ਤੇ ਸਵਾਲ ਹੈ ਜੀ ਇੱਥੇ ਵੀ ਕਿਆ ਪ੍ਰਾਈਵੇਟ ਬੰਦੇ ਆ ਕੇ ਹੁਣ ਚੀਜ਼ਾਂ ਨੂੰ, ਜਿਹੜੀ ਇੰਪੋਰਟੈਂਟ ਸਵਾਲ ਆ ਕਿ ਜਦੋਂ ਐਫੀਸ਼ੀਐਂਸੀ ਉਹਨਾਂ ਮੈਂ ਵਧਾ ਰਿਹਾ ਜੀ ਤੇ ਉਹਨੇ ਪੈਸਾ ਲਾਇਆ ਤੇ ਕੈਸ਼ ਫਲੋ ਵਧ ਰਿਹਾ, ਇਹਦਾ ਮਤਲਬ ਹੈ ਕਿ ਉਹਦੀ ਕਾਸਟ ਜਿਹੜੀ ਆ ਉਹ ਬੀਅਰ ਕਰਨੀ ਪੈਗੀ ਕੰਜ਼ਿਊਮਰ ਨੂੰ। ਜੀ, ਮੰਨ ਲਓ ਹਾਈਵੇ ਹੈ ਜੀ, ਹਾਈਵੇ ਜਿਹੜਾ ਆ ਉਹਦੀ ਇੱਕ ਟ੍ਰੈਫਿਕ ਤੁਸੀਂ ਪਹਿਲੋਂ ਕਰ ਲਈ ਕੈਲਕੂਲੇਟ, ਤੇ ਤੁਸੀਂ ਕਹਿਤਾ ਵੀ ਇਹ ਸਾਡਾ ਰਿਟਰਨ ਕੈਸ਼ ਫਲੋ ਹੈਗਾ। ਜੀ, ਹੁਣ ਤੁਸੀਂ ਪ੍ਰਾਈਵੇਟ ਤੋਂ ਪੈਸੇ ਲੈ ਲਏ, ਹੁਣ ਪ੍ਰਾਈਵੇਟ ਨੇ ਆਪਣਾ ਆਉਣ ਵਾਲੇ ਚ ਹੋ ਸਕਦਾ ਜਿਹੜੀ ਤੁਸੀਂ ਕੈਲਕੂਲੇਸ਼ਨ ਕੀਤੀ ਉਨੀ ਨਾ ਹੋਵੇ, ਜਾਂ ਇਹ ਹੋ ਸਕਦਾ ਕਿ ਉਹ ਰੋਡਸ ਜਿਹੜੀਆਂ ਵਾ ਉਹ ਲੀਜ਼ ਆਊਟ ਕੀਤੀਆਂ ਜਾਣ ਜਿਨ੍ਹਾਂ ਤੇ ਆਲਰੇਡੀ ਟੋਲ ਨਹੀਂ ਹੈਗਾ। ਜਦੋਂ ਉਹ ਲੀਜ਼ ਆਊਟ ਕਰੋਗੇ ਤੇ ਟੋਲ ਲੱਗੇਗਾ, ਜਗ੍ਹਾ ਟੋਲ ਲੱਗਣਗੇ। ਜਿੱਥੇ ਪਹਿਲੋਂ ਕੰਜ਼ਿਊਮਰ ਫ੍ਰੀ ਜਾਂਦਾ ਸੀ ਉਹਨੂੰ ਪੈਸੇ ਦੇਣੇ ਪੈਣਗੇ। ਮਤਲਬ ਜਨਤਾ ਤੇ ਅਲਟੀਮੇਟਲੀ ਜਿਹੜਾ ਵਾ ਇਹ ਭਾਰ ਜਨਤਾ ਤੇ ਪਏਗਾ, ਕੰਜ਼ਿਊਮਰ ਤੇ ਪਏਗਾ, ਜਿਹੜਾ ਵੀ ਉਹਨੂੰ ਯੂਜ਼ ਕਰੇਗਾ, ਜਿਹੜਾ ਵੀ ਉਸ ਐਸੈਟ ਨੂੰ ਯੂਜ਼ ਕਰੇਗਾ ਉਹਦੇ ਉੱਤੇ ਭਾਰ ਪਏਗਾ। ਹੁਣ ਦੋ ਤਰੀਕੇ ਜਿਹੜੇ ਆ ਨਾ, ਕੀਤਾ ਕਿਉਂ ਸਰਕਾਰ ਨੇ ਇਸ ਕਰਕੇ ਕੀਤਾ ਕਿ ਜਿਹੜੀ ਗਵਰਨਮੈਂਟ ਦੇ ਫਾਈਨਾਂਸਿਸ ਨੇ ਇਸ ਵੇਲੇ ਬੜੀ ਇਟਸ ਇਨ ਅ ਬੈਡ ਸ਼ੇਪ। ਤੇ ਪਰਸੋਂ ਉਹਦੇ ਲਈ ਜ਼ਿੰਮੇਦਾਰ ਸਰਕਾਰਾਂ ਹੀ ਨੇ ਨਾ। ਸਰਕਾਰਾਂ ਇਹ ਹੁਣ ਸਰਕਾਰਾਂ ਆਪਣੇ ਤੇ ਨਹੀਂ ਲੈਂਦੀਆਂ ਨਾ, ਕੋਵਿਡ ਕਰਕੇ ਜੀ ਇਕਨੋਮਿਕ ਐਕਟੀਵਿਟੀ ਨਹੀਂ ਹੈ। ਇਹ ਜੋ ਸਰਕਾਰ ਕੀ ਕਹਿ ਰਹੀ ਹੈ, ਸਰਕਾਰ ਕਹਿ ਰਹੀ ਹੈ ਕਿ ਅਸੀਂ ਇਹ ਪੈਸੇ ਲੀਜ਼ ਆਊਟ ਕਰਾਂਗੇ, ਪੈਸੇ ਆਉਣਗੇ ਸਾਡੇ ਕੋਲ, ਉਹ ਇਨਫਰਾਸਟ੍ਰਕਚਰ ਦੇ ਉੱਤੇ ਅਸੀਂ ਇਨਵੈਸਟ ਕਰਾਂਗੇ। ਗਲਤ ਨਹੀਂ ਹੈ ਪ੍ਰੋਫੈਸਰ ਸਾਹਿਬ, ਇਹਨਾਂ ਨੇ ਤੇਲ, ਡੀਜ਼ਲ, ਪੈਟਰੋਲ ਔਰ ਗੈਸ ਦੀ ਸਬਸਿਡੀ ਖਤਮ ਕਰਕੇ ਲੱਖਾਂ ਕਰੋੜ ਰੁਪਏ ਕਮਾਇਆ, ਲੇਕਿਨ ਜੀਐਸਟੀ ਚ ਇਹਨਾਂ ਲੱਖਾਂ ਕਰੋੜ ਦੀ ਇਨਕਮ ਹੈ। ਉਹਦੇ ਨਾਲ ਟੈਕਸਾਂ ਤੋਂ ਲੱਖਾਂ ਕਰੋੜ ਦੀ ਇਨਕਮ ਹੈ। ਜੀਡੀਪੀ ਰੇਸ਼ੋ ਜਿਹੜੀ ਆ, ਹਾਲਾਂਕਿ ਇਹਦੇ ਤੇ ਇਹਨਾਂ ਟੈਕਸ ਰੱਖਿਆ ਉਹ ਸਟੇਬਲ ਹੀ ਰਹੀ ਹੈ। ਸੋ ਇਹਨਾਂ ਨੂੰ ਲੱਗਦਾ ਹੈ ਕਿ ਇਹਦੇ ਨਾਲ ਸਾਡਾ ਗੁਜ਼ਾਰਾ ਜਿਹੜਾ ਨਹੀਂ ਹੋ ਸਕਦਾ ਜੋ ਹੈਗਾ, ਤੇ ਇਨਫਰਾਸਟ੍ਰਕਚਰ ਨਹੀਂ ਚੱਲ ਸਕਦਾ। ਜਿਹੜੀ ਸਾਡੀ ਇਕਨੋਮਿਕ ਥਿਊਰੀ ਇਹ ਕਹਿੰਦੀ ਹੈ ਕਿ ਇਨਫਰਾਸਟ੍ਰਕਚਰ ਇੱਕ ਐਸਾ ਏਰੀਆ ਹੈ ਜਿਹੜਾ ਉਹਦੇ 'ਚ ਅਗਰ ਇਨਵੈਸਟ ਕਰਦੇ ਹੋ ਤੇ ਪ੍ਰਾਈਵੇਟ ਇਨਵੈਸਟਮੈਂਟ ਆਟੋਮੈਟਿਕਲੀ ਆਏਗੀ। ਕਿ ਤੁਸੀਂ ਸੜਕਾਂ ਬਣਾਉਂਦੇ ਹੋ, ਪੋਰਟਸ ਬਣਾਉਂਦੇ ਹੋ, ਬ੍ਰਿਜਸ ਬਣਾਉਂਦੇ ਹੋ, ਰੇਲਵੇ ਸਟੇਸ਼ਨ ਬਣਾਉਂਦੇ ਹੋ, ਠੀਕ ਹੈ, ਤੇ ਉਹਦੇ ਨਾਲ ਕੀ ਹੋਏਗਾ ਕਿ ਹੋਰ ਐਕਟੀਵਿਟੀ, ਪ੍ਰਾਈਵੇਟ ਐਕਟੀਵਿਟੀ ਵਧੇਗੀ। ਇਹਨਾਂ ਨੂੰ ਕਰਨਾ ਤੇ ਫਿਰ ਇਹ ਚਾਹੀਦਾ ਸੀ ਨਾ ਜੀ ਵੀ ਜਦੋਂ ਹੋਰ ਇਨਫਰਾਸਟ੍ਰਕਚਰ ਡਿਵੈਲਪ ਕਰਨਾ ਹੈ ਉਹਦੇ 'ਚ ਪ੍ਰਾਈਵੇਟ ਬੰਦਿਆਂ ਨੂੰ ਕਾਲ ਕਰਦੇ। ਜਿਹੜੀ ਚੀਜ਼ ਬਣੀ ਹੈ, ਮੰਨ ਲਓ ਇੱਕ 에ਅਰਪੋਰਟ ਨੂੰ ਬਣਾਉਣ ਤੇ ਦੇਖੋ ਕਿੰਨੇ ਸਾਲ ਲੱਗੇ, ਕਿ ਰੇਲਵੇ ਲਾਈਨ, ਇੱਕ ਰੇਲਵੇ ਸਟੇਸ਼ਨ ਨੂੰ ਬਣਾਉਣ ਨੂੰ ਕਿੰਨੇ ਸਾਲ ਲੱਗਦੇ। ਉਹਦਾ ਮੈਂ ਕਾਰਨ ਜਿਹੜਾ ਸਰਕਾਰ ਦੇ ਰਹੀ ਹੈ, ਉਹ ਕਹਿ ਰਹੀ ਹੈ ਕਿ ਜਦੋਂ ਕੋਰ ਸੈਕਟਰ ਵਿੱਚ ਜਿਹੜੀਆਂ ਸ਼ੁਰੂ ਦੀਆਂ ਮੁਸ਼ਕਲਾਂ ਨੇ ਉਹ ਪ੍ਰਾਈਵੇਟ ਸੈਕਟਰ ਕੋਲ ਦੂਰ ਨਹੀਂ ਹੁੰਦੀਆਂ, ਸਰਕਾਰ ਕਰ ਸਕਦੀ ਹੈ। ਇਹ ਅਸੀਂ ਕਹਿੰਦੇ ਹਾਂ, ਮੈਂ ਇਸ ਪੁਆਇੰਟ ਦਾ ਹੈ ਕਿ ਇਨਫਰਾਸਟ੍ਰਕਚਰ ਡਿਵੈਲਪ ਕਰਨਾ ਚਾਹੀਦਾ ਸਰਕਾਰ ਨੂੰ, ਲੇਕਿਨ ਜਿਹੜਾ ਤਰੀਕਾ ਹੈ ਕਿ ਐਸੈਟ ਲੀਜ਼ ਆਊਟ ਕਰਕੇ, ਉਹ ਮੈਨੂੰ ਕੋਈ ਬਹੁਤ ਸਹੀ ਨਹੀਂ ਲੱਗਦਾ। ਪਰ ਸਰ ਦੇਖੋ ਨਾ, ਲੀਜ਼ ਤੇ ਦਿੱਤੀ ਜਾਂਦੀ, ਐਸਾ ਕਿਹਾ ਜਾਂਦਾ ਜੀ ਜਿਹੜਾ ਲੀਜ਼ ਤੇ ਇੱਕ ਵਾਰੀ ਲੈ ਲੈਂਦਾ ਉਹ ਛੱਡਦਾ ਕਿਉਂ ਹੈ? ਉੱਤੇ ਕਲੌਜ਼ ਲੱਗੀ ਹੁੰਦੀ ਹੈ। ਉਹ ਛੱਡਣ ਦੇ ਨਾਲੋਂ ਇੱਕ ਹੋਰ ਚੀਜ਼ ਹੈਗੀ ਹੈ। ਉਹ ਕਹਿੰਦੇ ਆ ਕਿ ਇੱਕ ਸਾਡੇ ਅਰਥ ਸ਼ਾਸਤਰੀ ਹੋਏ ਆ USA ਦੇ, ਸਮਰ, ਉਹ ਕਹਿੰਦਾ ਉੱਥੇ ਅਮਰੀਕਾ ਦੇ ਵਿੱਚ ਜ਼ਿਆਦਾ ਹੈ ਕਿ ਰੈਂਟਲ ਕਾਰਾਂ ਲੋਕੀ ਲੈਂਦੇ, ਉਹਦਾ ਰੈਂਟਲ ਕਾਰ ਨੂੰ ਕੋਈ ਸਫਾਈ ਨਹੀਂ ਕਰਦਾ ਜੀ। ਇਹੀ ਹਾਲ ਇੱਥੇ ਹੋਣਾ ਹੈ ਕਿ ਜਦੋਂ ਤੁਸੀਂ ਲੀਜ਼ ਆਊਟ ਕਰ ਲਈ, ਲੈ ਲਈ ਪ੍ਰਾਈਵੇਟ ਸੈਕਟਰ ਵਾਲੇ ਨੇ,
ਤੇ 15-20 ਸਾਲ ਤੋਂ ਚੰਗੀ ਤਰ੍ਹਾਂ ਕਰੇਗਾ। ਜਦੋਂ ਲੀਜ਼ ਖਤਮ ਹੋਣ ਵਾਲੀ ਹੋਊਗੀ 4-5 ਸਾਲ ਰਹਿੰਦੇ ਹੋਣਗੇ ਤੇ ਉਹ ਉਹਦੇ ਤੇ ਕੋਈ ਨਹੀਂ ਕਰੇਗਾ, ਡਿਵੈਲਪਮੈਂਟ ਨਹੀਂ ਕਰੇਗਾ ਤੇ ਸਰਕਾਰ ਨੂੰ ਐਸਟ ਕਿਸ ਫਾਰਮ ਦੇ ਵਿੱਚ ਮਿਲੇਗਾ ਜਦੋਂ 5 ਸਾਲਾਂ ਬਾਅਦ ਇਹ ਪਤਾ ਨਹੀਂ। ਇਹ ਤੇ ਇੱਕ ਫੈਕਟਰ ਨਾ ਪ੍ਰਸ਼ਨ, ਉਹਦੇ ਚ ਇੱਕ ਦੂਜਾ ਫੈਕਟਰ ਇਹ ਹੈ ਵੀ ਉਹਦੇ ਚ ਕਲੌਜ਼ ਪਾਤੀ ਜਾਂਦੀ ਹੈ ਵੀ ਇਹੋ ਹੀ ਕੰਪਨੀ ਤੁਸੀਂ ਦੁਬਾਰਾ 25 ਸਾਲ ਵਾਸਤੇ ਐਕਸਟੈਂਡ ਕਰ ਸਕਦੇ ਹੋ, ਉਹ ਵੀ ਕੀਤਾ ਜਾ ਸਕਦਾ। ਹੁਣ ਇਹਦੇ ਵਿੱਚ ਨਾ 2-3 ਪੁਆਇੰਟ ਬੜੇ ਇੰਪੋਰਟੈਂਟ ਹੈ। ਇੱਕ ਤੇ ਇਹ ਹੈ ਕਿ ਇਹ ਜਿਹੜਾ ਵਾ ਕਿਹਨਾਂ ਨੂੰ ਦਿੱਤੀ ਜਾਏਗੀ। ਆਮ ਤੌਰ ਤੇ ਕੀ ਹੁੰਦਾ ਹੈ ਕਿ ਅਸੀਂ ਕਰੋਨਿਜ਼ਮ ਕਹਿੰਦੇ, ਕਰੋਨੀ ਕੈਪੀਟਲਿਜ਼ਮ, ਕਿ ਸਰਕਾਰਾਂ ਜਿਹੜੀਆਂ ਨੇ ਜਿਹੜੇ ਉਹਨਾਂ ਦੇ ਆਪਣੇ ਚਹੇਤੇ ਕਾਰਪੋਰੇਟ ਸੈਕਟਰ ਹੈ ਉਹਨਾਂ ਨੂੰ ਇਹ ਦੇ ਦਿੰਦੀ ਹੈ। ਬਿਲਕੁਲ ਉਹੀ ਲੈਣਗੇ। ਜੇ ਇਹਨਾਂ ਨੇ ਪੈਸੇ ਰੀਅਲਾਈਜ਼ ਕਰਨੇ, ਹੋ ਸਕਦਾ ਪਹਿਲੀ ਗੱਲ ਹੈ ਕਿ ਪੈਸੇ ਹੀ ਨਾ ਰੀਅਲਾਈਜ਼ ਹੋਣ, ਕਿਉਂਕਿ ਸਾਡਾ ਡਿਸਇਨਵੈਸਟਮੈਂਟ ਵਾਲਾ ਜਿਹੜਾ ਪਹਿਲਾਂ ਸਾਡਾ ਪ੍ਰੋਗਰਾਮ ਸੀ ਪ੍ਰਾਈਵੇਟਾਈਜੇਸ਼ਨ ਵਾਲਾ, ਉਹਦੇ ਨਾਲੋਂ ਫਰਕ ਇਹ ਹੈ ਕਿ ਉੱਥੇ ਤੇ ਓਵਰਆਲ ਵੇਚ ਰਹੇ ਸੀਗੇ, ਇੱਥੇ ਲੀਜ਼ ਆਊਟ ਕਰ ਰਹੇ ਵੀ ਵੇਚ ਨਹੀਂ ਰਹੇ, ਅਸੀਂ ਮਤਲਬ ਠੇਕੇ ਤੇ ਦੇ ਰਹੇ ਹਾਂ। ਤਰੀਕਾ ਉਹੀ ਹੈ, ਸ਼ਬਦ ਬਦਲ ਰਹੇ। ਸਵਾਲ ਇਹ ਹੈ ਕਿ ਉਹਦੇ ਚ ਕੀ ਹੁੰਦਾ ਹੈ ਕਿ ਪਹਿਲੀ ਤੇ ਗੱਲ ਹੈ ਕਿ ਤੁਸੀਂ ਕਿਸ ਤਰ੍ਹਾਂ ਕਰਦੇ ਹੋ। ਜਾਂ ਤਾਂ ਤੁਸੀਂ ਗਲੋਬਲ ਟੈਂਡਰ ਦਿਓ ਕਿ ਫੋਰਨ ਕੰਪਨੀਆਂ ਵੀ ਆਉਣ, ਕੰਪੀਟੀਸ਼ਨ ਹੋਵੇ ਤੇ ਜਿਹੜਾ ਵਧੀਆ ਲੈ ਜਾਏ, ਉਹਦੇ ਤੇ ਪੈਸੇ ਰੀਅਲਾਈਜ਼ ਪੂਰੇ ਹੋਣਗੇ। ਹੋ ਸਕਦਾ ਜਿੰਨੀ ਇਹਨਾਂ ਨੇ ਪੈਸੇ ਰੱਖੇ ਉਹਨੇ ਰੀਅਲਾਈਜ਼ ਨਾ ਹੋਣ, ਵੀ ਕਿੰਨੇ ਬੰਦੇ ਆਉਂਦੇ ਆ। ਪਿੱਛੇ ਵੀ ਸਾਡਾ ਕੋਈ ਤਜਰਬਾ ਜਿਹੜਾ ਵਾ ਬਹੁਤ ਅੱਛਾ ਨਹੀਂ ਰਿਹਾ। 에ਅਰ ਇੰਡੀਆ ਤਾਂ ਅਸੀਂ ਵੇਚਣਾ ਚਾਹੁੰਦੇ ਸੀ, ਉਹ ਵਿਜਨ ਨਹੀਂ, ਕਿਉਂਕਿ ਤੁਸੀਂ ਕੰਡੀਸ਼ਨ ਇਸ ਤਰ੍ਹਾਂ ਦੀਆਂ ਲਾਤੀਆਂ। ਹੁਣ ਸਵਾਲ ਇਹ ਹੈ ਕਿ ਕੀ ਇਹ ਚੀਜ਼ਾਂ ਜਿਹੜੀਆਂ ਨੇ ਉਹ ਤੁਹਾਨੂੰ ਉਸ ਤਰ੍ਹਾਂ ਪੈਸਾ ਮਿਲੇਗਾ। ਪਹਿਲੀ ਦੀ ਗੱਲ ਇਹ ਵੇਖਣ ਵਾਲੀ ਹੈ। ਦੂਸਰੀ ਗੱਲ ਇਹ ਹੈ ਕਿ ਮੰਨ ਲਓ ਤੁਹਾਨੂੰ ਪੈਸਾ ਮਿਲ ਵੀ ਜਾਂਦਾ ਹੈ, ਪ੍ਰਾਈਵੇਟ ਨੂੰ ਚਲੇ ਜਾਂਦੇ ਹੋ, ਤੇ ਜਿਹੜੇ ਲੋਕ ਉੱਥੇ ਕੰਮ ਕਰਦੇ ਆ, ਪ੍ਰਾਈਵੇਟ ਵਾਲਾ ਕਹਿੰਦਾ ਜੀ ਮੈਂ ਤੇ ਐਫੀਸ਼ੀਐਂਸੀ ਵਧਾਉਣੀ ਹੈ। ਐਫੀਸ਼ੀਐਂਸੀ ਵਧਾਉਣ ਦਾ ਪਹਿਲਾ ਕੰਮ ਉਹਨਾਂ ਦਾ ਹੁੰਦਾ ਹੈ ਕਿ ਜਿੰਨੇ ਲੋਕ ਉੱਥੇ ਕੰਮ ਕਰਦੇ ਉਹ ਘਟਾਓ, ਬੇਰੁਜ਼ਗਾਰੀ ਵਧੇਗੀ, ਉਹਦੇ ਨਾਲ ਅਨਐਮਪਲੋਇਮੈਂਟ ਵਧੇਗੀ। ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਲੋਕ ਇੱਥੇ ਕੰਮ ਕਰਦੇ, ਦੇਖੋ ਕੋਈ ਵੀ ਪੈਸਾ ਜਿਹੜਾ ਲਾਂਦਾ ਜੀ ਉਹਦਾ ਮਕਸਦ ਇਹ ਹੀ ਹੈ ਵੀ ਮੈਂ ਪੈਸਾ ਅਰਨ ਕਿਵੇਂ ਕਰਨਾ ਹੈ। ਉਹਨੇ ਰਿਟਰਨ ਕਮਾਈ ਪ੍ਰੋਫਿਟ ਤੋਂ ਬਗੈਰ ਤੇ ਕਰਨਾ ਨਹੀਂ। ਦੇਖੋ ਜੇ 6 ਲੱਖ ਸਰਕਾਰ ਕਹਿੰਦੀ ਹੈ 6 ਲੱਖ ਕਰੋੜ ਮੈਂ ਇਕੱਠਾ ਕਰਨਾ, ਤੇ ਉਹਨੇ ਵੀ ਸੋਚਣਾ ਹੈ ਵੀ 6 ਦਾ 12 ਕਿਵੇਂ ਕਰਨਾ ਹੈ। 6 ਲੱਖ ਦਾ ਮਤਲਬ ਹੈ ਕਿ 1.5 ਲੱਖ ਕਰੋੜ ਹਰ ਸਾਲ, ਪਰ 4 ਸਾਲ। ਉਹਨੇ ਹੈਗਾ ਵੀ 12 ਲੱਖ ਕਰੋੜ ਕਿਵੇਂ ਕਰਨਾ ਹੈ। ਜਿਵੇਂ ਦੇਖੋ ਪ੍ਰੈਸ਼ਰ ਦੇਖੋ ਪਹਿਲੇ ਹੁੰਦਾ ਰਿਹਾ ਵੀ ਟੋਲ ਕੰਪਨੀਆਂ ਬਣਾਉਂਦੀਆਂ, ਪ੍ਰਾਈਵੇਟਾਈਜੇਸ਼ਨ ਤੇ ਪ੍ਰੈਸ਼ਰ ਦੇਖੋ ਇਦਾਂ ਸ਼ੁਰੂ ਹੋਈ ਨਾ ਜੀ। ਪਹਿਲੇ ਟੋਲ ਸੜਕਾਂ ਬਣਾਈਆਂ ਗਈਆਂ, ਦੇਖੋ ਟੋਲ ਬਣਾਉਂਦੀਆਂ, ਉਹਦੇ ਤੇ 1000 ਕਰੋੜ ਜਾਂ 2000 ਕਰੋੜ ਖਰਚ ਕਰਦੀਆਂ, 20,000 ਕਰੋੜ 25,000 ਕਰੋੜ ਰੁਪਇਆ ਇਕੱਠਾ ਕਰਨ ਦੇ ਬਾਵਜੂਦ ਵੀ ਟੋਲ ਐਜ਼ ਇਟ ਇਜ਼ ਹੀ ਚੱਲਦੇ ਆ। ਬਿਲਕੁਲ, ਮਤਲਬ ਸੇਮ ਵਿਦ ਦਿਸ। ਮੈਂ ਤੁਹਾਨੂੰ ਜਿਹੜੀ ਇਹਨੇ ਦੱਸਣ ਲੱਗਾ, ਇਹਨਾਂ ਨੇ ਕਿਹਾ ਇਹਦੇ ਵਿੱਚ ਜਿਹੜਾ ਇਹਨਾਂ ਦਾ ਆਈ ਹੈ ਪਾਲਿਸੀ, ਉਹਦੇ 'ਚ ਇਹਨਾਂ ਕਿਹਾ ਕਿ 2 ਤਰੀਕੇ ਹੋਣਗੇ ਸਾਡੇ ਜੀ। 2 ਤਰੀਕੇ ਕਿਹੜੇ ਆ? ਇੱਕ ਹੈਗਾ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ ਜੀ, ਦੂਸਰੀ ਹੈਗੀ ਹੈ ਕਿ ਅਸੀਂ ਇਨਫਰਾਸਟ੍ਰਕਚਰ ਇਨਵੈਸਟਮੈਂਟ ਫੰਡ ਬਣਾਵਾਂਗੇ ਜੀ। ਜਿਹੜੀ ਪਹਿਲੀ ਆ ਉਹ ਆਲਰੇਡੀ ਬੁਰੀ ਤਰ੍ਹਾਂ ਫੇਲ ਹੋਈ ਹੈ। ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ ਵਾਲਾ ਮਾਡਲ ਆਲਰੇਡੀ ਬਹੁਤ ਤਰੀਕੇ ਨਾਲ ਫੇਲ ਹੋ ਚੁੱਕਾ ਹੈ, ਬਹੁਤ ਬੁਰੀ ਤਰ੍ਹਾਂ। ਔਰ ਪਿਛਲੇ ਸਮੇਂ ਦੇ ਵਿੱਚ ਜਦੋਂ 2008 ਤੋਂ ਬਾਅਦ ਫਾਈਨੈਂਸ਼ੀਅਲ ਕ੍ਰਾਈਸਿਸ ਆਇਆ ਜੀ, ਤੇ ਉਸ ਵੇਲੇ ਜਿਹੜੀਆਂ ਕੰਪਨੀਆਂ ਨੇ ਪਬਲਿਕ ਪ੍ਰਾਈਵੇਟ ਆਈਆਂ ਤੇ ਉਹਨਾਂ ਦੀਆਂ ਰਿਟਰਨਸ ਹੋਣੀਆਂ ਨਹੀਂ ਸੀ, ਉਹ ਕੰਪਨੀਆਂ ਫੇਲ ਹੋਈਆਂ। ਉਹਦੇ ਨਾਲ ਹੋਇਆ ਕਿ ਬੈਂਕਾਂ ਦਾ ਪੈਸਾ ਡੁੱਬਾ। ਤਾਂ ਬੈਂਕਾਂ ਨੂੰ ਜਿਹੜੇ ਨਾਨ ਪਰਫਾਰਮਿੰਗ ਐਸੈਟਸ ਹੈ ਉਹ ਵਧੇ, ਕਿਉਂਕਿ ਉਹ ਕੰਪਨੀਆਂ ਚੱਲ ਨਹੀਂ ਸਕੀਆਂ, ਰਿਟਰਨਸ ਹੋਣੀਆਂ ਹੋਈਆਂ ਨਹੀਂ। 8 ਲੱਖ ਕਰੋੜ ਐਨਪੀਏ ਬੈਂਕਾਂ ਦਾ ਹੋ ਗਿਆ ਜੀ, ਉਹਦੇ ਕਰਕੇ ਵਧਿਆ। ਦੂਸਰੀ ਗੱਲ ਹੈ ਜਿਹੜਾ ਇਹ ਮਿਊਚੁਅਲ ਫੰਡ ਵਾਲਾ ਕਹਿ ਰਿਹਾ, ਇਸ ਵੇਲੇ ਜਿਹੜੀ ਸਟਾਕ ਮਿਊਚੁਅਲ ਫੰਡ ਦਾ ਲਾਈਕ ਮਿਊਚੁਅਲ ਫੰਡ, ਇਨਫਰਾਸਟ੍ਰਕਚਰ ਫੰਡ ਲਾਈਕ ਮਿਊਚੁਅਲ ਫੰਡ, ਜਿਹੜਾ ਕਿ ਸਟਾਕ ਮਾਰਕੀਟ ਤੋਂ ਪੈਸੇ ਇਕੱਠੇ ਕਰੇਗਾ। ਹੁਣ ਇਸ ਵੇਲੇ ਸਟਾਕ ਮਾਰਕੀਟ ਬਹੁਤ ਉੱਪਰ ਆ। ਉਹਦਾ ਰੀਜ਼ਨ ਇਹ ਨਹੀਂ ਹੈ ਕਿ ਸਾਡੀ ਇਕਨੋਮੀ ਜਿਹੜੀ ਉਹ ਬਹੁਤ ਚੰਗੀ ਹੈ। ਆਮ ਤੌਰ ਤੇ ਕਿਹਾ ਜਾਂਦਾ ਕਿ ਸਟਾਕ ਮਾਰਕੀਟ ਜਿਹੜੀ ਹੈ ਬੈਰੋਮੀਟਰ ਆ ਤੁਹਾਡੀ ਇਕਨੋਮੀ ਦਾ, ਪਰ ਇਹ ਹੁੰਦਾ ਨਹੀਂ। ਪਰ ਫੋਰਨ ਇਨਵੈਸਟਮੈਂਟ ਬਿਲਕੁਲ ਉਹ ਸਾਰੀ ਦੀ ਸਾਰੀ ਇਸ ਵੇਲੇ ਫੋਰਨ ਜਿਹੜੀ ਪੋਰਟਫੋਲੀਓ ਇਨਵੈਸਟਮੈਂਟ ਤੇ ਡਿਪੈਂਡੈਂਟ ਹੈ। $38 ਬਿਲੀਅਨ ਇਸ ਵੇਲੇ ਇਨਵੈਸਟਡ ਨੇ ਫੋਰਨ ਦੇ, ਹਾਂ, ਜਿਹੜੇ ਪਿਛਲੇ ਸਾਲ ਨਾਲੋਂ 63% ਜ਼ਿਆਦਾ ਹੈ। ਜੇ ਉਦੋਂ ਉਹਨਾਂ ਨੇ ਕੱਢੇ, ਹਾਂ, ਉਦੋਂ ਜਾਣੇ ਕਿ ਸਵਾਲ ਹੈ ਕਿ ਜਦੋਂ ਉਹਨਾਂ ਨੇ ਕੱਢੇ ਮਾਰਕੀਟ ਫੇਲ ਹੋਏਗੀ। ਉਦੋਂ ਵੀ 2008 ਜਦੋਂ ਪਹਿਲਾਂ ਹੋਇਆ ਸੀ, ਹਰਸ਼ਦ ਮਹਿਤਾ ਦਾ ਜਿਹੜਾ ਸਕੈਮ ਹੋਇਆ, ਉਹ ਸਟਾਕ ਮਾਰਕੀਟ ਦੇ ਵਿੱਚ ਫੇਲ ਹੋਇਆ ਕੰਮ, ਔਰ ਉਹਦੇ ਨਾਲ ਜਿਹੜੀਆਂ ਕੰਪਨੀਆਂ ਬੜੀਆਂ ਬੈਂਕਰਪਟ ਹੋਈਆਂ ਜੀ। ਸੋ ਇਹ ਦੋਵੇਂ ਜਿਹੜੇ ਮਾਡਲ ਆ ਇਹਨਾਂ ਦੇ ਪੈਸੇ ਇਕੱਠੇ ਕਰਨ ਦੇ, ਉਹ ਮੈਨੂੰ ਲੱਗਦਾ ਹੈ ਕਿ ਇਹ ਸਕਸੈਸਫੁਲ ਨਹੀਂ ਹੋ ਸਕਦੇ। ਹੁਣ ਤੀਸਰੀ ਗੱਲ ਜਿਹੜੀ ਇੰਪੋਰਟੈਂਟ ਆ ਕਿ ਪ੍ਰਾਈਵੇਟ ਸੈਕਟਰ ਨੂੰ ਤੁਸੀਂ ਦਿੰਦੇ ਹੋ ਜੀ, ਤੇ ਪ੍ਰਾਈਵੇਟ ਸੈਕਟਰ ਨੇ ਪੈਸੇ ਆਪਣੇ ਕੋਲੋਂ ਤੇ ਲਾਉਂਦਾ ਨਹੀਂ। ਬਿਲਕੁਲ ਠੀਕ ਹੈ, ਉਹਨੇ ਵੀ ਬੈਂਕਾਂ ਤੋਂ ਰੇਜ਼ ਕਰਨੇ ਆ। ਬਿਲਕੁਲ ਠੀਕ ਹੈ, ਇਹੀ ਕੰਮ ਸਰਕਾਰ ਆਪ ਕਿਉਂ ਨਹੀਂ ਕਰ ਸਕਦੀ? ਬਿਲਕੁਲ, ਪਬਲਿਕ ਬੋਰਿੰਗ ਦੇ ਨਾਲ ਸਰਕਾਰ ਜਿਹੜੀ ਹੈ ਇਹਨੂੰ ਕੰਮ ਕਰਨਾ ਚਾਹੀਦਾ। ਮਤਲਬ ਪ੍ਰੈਸ਼ਰ ਇੰਜ ਨਹੀਂ ਲੱਗ ਰਿਹਾ ਵੀ ਸਰਕਾਰ ਆਪਣੀ ਜ਼ਿੰਮੇਵਾਰੀਆਂ ਤੋਂ ਭੱਜ ਰਹੀ ਹੈ, ਵੀ ਹਰ ਚੀਜ਼ ਪ੍ਰਾਈਵੇਟ ਕਰੀ ਜਾਓ, ਤੇ ਆਪਣੇ ਜਿਹੜੇ ਦੋ ਖਾਸ ਕਰਕੇ ਚੁਹੈਤੇ ਦੇ 2 ਹੀ ਕਹੇ ਜਾਂਦੇ ਆ, ਅੰਬਾਨੀ ਤੇ ਅਡਾਨੀ, ਤੇ ਕੁਝ ਉਹਨਾਂ ਦੇ ਨਾਲ ਹੋਰ 2 ਲਾ ਲਓ। ਬਿਲਕੁਲ, ਤੇ ਉਹਨਾਂ ਨੂੰ ਰਜਾਈ ਜਾਓ ਤੇ ਜਨਤਾ ਜਾਏ ਭਾੜ ਮੇ।
ਦੇਖੋ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰਾਂ ਨਾ ਮੈਨੂੰ ਜੋ ਲੱਗ ਰਿਹਾ ਦੋ ਕੰਮ ਕਰ ਰਹੀਆਂ। ਸਰਕਾਰ ਇਹ ਚਾਹੁੰਦੀ ਹੈ ਕਿ ਸਾਡੇ ਕੋਲ ਪੈਸਾ ਵਾਧੂ ਹੋਵੇ ਸਾਡੇ ਹੱਥ 'ਚ, ਵੀ ਜਿਹਨੂੰ ਮਰਜ਼ੀ ਜਿਸ ਤਰੀਕੇ ਦੇ ਨਾਲ ਅਸੀਂ ਕਰਨਾ ਚਾਹੁੰਦੇ ਹਾਂ ਵਿਖਾਈਏ ਵੀ ਹਾਂ ਬਹੁਤ ਕੁਝ ਕਰ ਰਹੇ ਹਾਂ। ਪਰ ਸਵਾਲ ਇਹ ਪੈਸਾ ਆ ਕਿਸ ਤਰ੍ਹਾਂ ਹੋ ਰਿਹਾ, ਕਿਸ ਤਰੀਕੇ ਦੇ ਨਾਲ ਆ ਰਿਹਾ। ਜੇ ਤੁਸੀਂ ਆਪਣੀਆਂ ਜਾਇਦਾਦਾਂ ਵੇਚ ਕੇ ਆਮ ਬੰਦੇ ਵਾਲਾ ਹੀ ਆ ਕਿ ਜਿਹੜਾ ਆਮ ਬੰਦਾ ਆ ਉਹਦੇ ਕੋਲ ਅਗਰ ਪੁਰਾਣੀਆਂ ਜਾਇਦਾਦਾਂ ਹੈਗੀਆਂ ਤਾਂ ਵੇਚੂਗਾ ਤੇ ਕਿੰਨੇ ਸਾਲ ਚੱਲੂਗਾ। ਨਹੀਂ ਪਰ ਸਰ ਦੇਖੋ ਨਾ ਫਿਰ ਜਸਟੀਫਾਈ ਕਰ ਰਹੇ ਆਪਣੀ ਇਸ ਚੀਜ਼ ਨੂੰ। ਜਸਟੀਫਾਈ ਜਾਂ ਸਰਕਾਰ ਜਸਟੀਫਾਈ ਕਰਦੀ ਹੈ ਬਈ ਅਸੀਂ ਇਹ ਬਹੁਤ ਵਧੀਆ ਉਹਦੇ 'ਚ ਉਹਨਾਂ ਨੇ ਕੁਝ ਜਿਹੜਾ ਨਾ ਜੋ ਮੇਰੀ ਜਾਣਕਾਰੀ ਦੇ ਮੁਤਾਬਿਕ ਕੁਝ ਸਟੇਟਸ ਦਾ ਹਵਾਲਾ ਦਿੱਤਾ ਜਿੱਥੇ ਆਲਰੇਡੀ ਇਸ ਤਰ੍ਹਾਂ ਦਾ ਸਿਸਟਮ ਚੱਲ ਰਿਹਾ ਹੈ। ਉਹ ਇਸ ਕਰਕੇ ਦਿੱਤਾ ਹੈ, ਮਹਾਰਾਸ਼ਟਰ ਦੀ ਗੱਲ ਕੀਤੀ ਹੈ ਵੀ ਇਸ ਕਰਕੇ ਦਿੱਤਾ ਵੀ ਤਾਂ ਕਿ ਸਰਕਾਰ ਦੇ ਖਿਲਾਫ ਕੋਈ ਬੋਲੇ ਨਾ। ਰਾਹੁਲ ਗਾਂਧੀ ਬੋਲਦਾ ਹੈ ਉਹ ਤੇ ਉਹਦੀ ਗੱਲ ਨਹੀਂ ਸੁਣੀ ਜਾਂਦੀ। ਦੇਖੋ ਇਹ ਜਿਹੜੀ ਪੋਲੀਟੀਕਲ ਕਲਾਸ ਆ ਨਾ, ਮੈਂ ਇੱਥੇ ਥੋੜਾ ਜਿਹਾ ਤੁਹਾਨੂੰ ਮਤਲਬ ਇਹ ਅਸਲ ਜਿਹੜੀ ਹੈ ਇਹ ਗੱਲ ਤਾਂ ਹੈਗੀ ਹੈ ਜਿਹੜੀ 1993 ਤੋਂ ਅਸੀਂ ਪਾਲਿਸੀ ਚੇਂਜ ਕੀਤੀ ਹੈ ਜੀ। ਜਿਹੜੀ ਪਾਲਿਸੀ ਹੈ ਲਿਬਰਲਾਈਜੇਸ਼ਨ ਦੀ, ਪ੍ਰਾਈਵੇਟਾਈਜੇਸ਼ਨ ਦੀ, ਗਲੋਬਲਾਈਜੇਸ਼ਨ ਦੀ, ਉਹਦੇ ਨਾਲ ਅਸੀਂ ਕੀ ਕੀਤਾ ਕਿ ਅਸੀਂ ਪ੍ਰਾਈਵੇਟ ਸੈਕਟਰ ਨੂੰ ਓਪਨ ਕੀਤਾ, ਡੋਮੈਸਟਿਕ ਪ੍ਰਾਈਵੇਟ ਸੈਕਟਰ ਵਾਸਤੇ ਵੀ ਕੀਤਾ ਤੇ ਫੋਰਨ ਪ੍ਰਾਈਵੇਟ ਸੈਕਟਰ ਵਾਸਤੇ ਵੀ ਓਪਨ ਅਪ ਕੀਤਾ। ਹੁਣ ਜੇ ਤੁਸੀਂ ਓਪਨ ਕਰਤਾ ਤੇ ਹੁਣ ਵੱਧ ਪਜਾਦੇ ਤੇ ਨਹੀਂ ਰਹਿਣਾ ਜੀ। ਹੁਣ ਉਹਦੇ ਨਾਲ ਉਹ ਪ੍ਰੋਸੈਸ ਜਿਹੜਾ ਉਹਨੇ ਅੱਗੇ ਵਧਣਾ। ਇਹ ਇੱਕ ਨਵਾਂ ਤਰੀਕਾ ਮੈਂ ਸਮਝਦਾ ਕਿ ਉਹਨੂੰ ਪ੍ਰਾਈਵੇਟਾਈਜੇਸ਼ਨ ਨੂੰ ਵਧਾਉਣ ਦਾ ਹੈ, ਮਤਲਬ ਇੱਕ ਨਵਾਂ ਰਸਤਾ। ਬਿਲਕੁਲ। ਹੁਣ ਤੁਸੀਂ ਅਗਰ ਇਕਨੋਮਿਸਟ ਨੂੰ ਦੇਖੋ ਤੇ ਵੀ ਬਿਲਕੁਲ ਵਰਟੀਕਲ ਡਿਵੀਜ਼ਨ ਨੇ ਕਿ ਉਹ ਲੋਕ ਨੇ ਜਿਹੜੇ ਮੌਂਟੇਕ ਸਿੰਘ ਵਰਗੇ ਨੇ ਜਾਂ ਹੋਰ ਜਿਹੜੇ ਪ੍ਰੋ ਲਿਬਰਲਾਈਜੇਸ਼ਨ ਨੇ, ਉਹ ਇਹਨੂੰ ਇਨਡਾਇਰੈਕਟਲੀ ਔਰ ਡਾਇਰੈਕਟਲੀ ਭਾਵੇਂ ਉਹ ਬੀਜੇਪੀ ਦੇ ਨਾਲ ਨਹੀਂ ਹੈਗੇ ਪਰ ਉਸ ਮਤਲਬ ਸੌਫਟ ਤਰੀਕੇ ਦੇ ਨਾਲ ਨਾ ਕ੍ਰਿਟਿਸਾਈਜ਼ ਨਹੀਂ ਕਰ ਰਹੇ। ਜੇ ਕ੍ਰਿਟਿਸਾਈਜ਼ ਕਰ ਵੀ ਰਹੇ ਬੜੇ ਸੌਫਟ ਤਰੀਕੇ ਨਾਲ ਕਰ ਰਹੇ ਵੀ ਇਸ ਤਰ੍ਹਾਂ ਨਹੀਂ ਹੁੰਦਾ ਤੇ ਇਸ ਤਰ੍ਹਾਂ ਹੋ ਜਾਂਦਾ, ਇਸ ਤਰ੍ਹਾਂ ਹੋ ਜਾਏ। ਤੇ ਪਰ ਇਹ ਜੋ ਕੁਝ ਕਰ ਰਹੀ ਹੈ ਸਰਕਾਰ, ਦੇਖੋ ਨਾ ਇਹ ਸਰਕਾਰ ਨੇ ਸੋਚਿਆ ਨਾ ਵੀ ਇਸ ਤਰ੍ਹਾਂ ਹੋਏਗਾ। ਜੇ ਇਸ ਤਰ੍ਹਾਂ ਨਹੀਂ ਹੁੰਦਾ ਮੰਨ ਲਓ ਫਿਰ ਦੈਨ ਪਬਲਿਕ ਦੇਖੋ ਦੋ ਗੱਲਾਂ ਇੱਕ ਤੇ ਜਿਹੜੀ ਚੀਜ਼ ਆਉਣ ਵਾਲੇ ਸਮੇਂ 'ਚ ਪਤਾ ਲੱਗੇਗੀ ਕਿ ਕੀ ਅਸੀਂ 4 ਸਾਲਾਂ 'ਚ 6 ਲੱਖ ਕਰੋੜ ਰੁਪਈਆ ਰੇਜ਼ ਕਰ ਪਾਉਣੇ ਆ ਕਿ ਨਹੀਂ ਪਾਉਣੇ। ਇਹ ਤੇ ਪੈਸੇ ਮੈਂ ਸੌਰੀ ਕੱਟ ਰਿਹਾ ਤੁਹਾਨੂੰ, ਇਹਨਾਂ ਤੇ ਵੀ ਕਿਹਾ ਵੀ ਆਪਾਂ ਕੁਝ ਸਾਲਾਂ 'ਚ 5 ਟ੍ਰਿਲੀਅਨ ਕਰ ਲਿਆ, ਟ੍ਰਿਲੀਅਨ ਕਰ ਲਿਆ ਇਕਨੋਮੀ ਹੋਏਗੀ। ਇਕਨੋਮੀ ਕਰਦੇ ਤੇ ਟ੍ਰਿਲੀਅਨ ਨੂੰ ਛੱਡ ਕੇ ਤੇ ਆਪਾਂ ਧਰਾਤਲ ਤੇ ਆ ਰਹੇ ਨਾ। ਸਵਾਲ ਇਹ ਹੈ ਕਿ ਕੀ ਅਸੀਂ ਉਹਨੇ ਪੈਸੇ ਇਕੱਠੇ ਕਰ ਸਕਾਂਗੇ? ਉਹ ਤਾਂ ਕਰ ਸਕਾਂਗੇ ਜੋ ਅਸੀਂ ਜਿਹੜੇ ਐਸਟ ਅਸੀਂ ਲੀਜ਼ ਤੇ ਰੱਖੇ ਆ, ਜੋ ਅਸੀਂ ਸਮਝਦੇ ਕਿ ਸਾਨੂੰ ਉਹਨੇ ਪੈਸੇ ਮਿਲਣੇ ਚਾਹੀਦੇ ਆ, ਉਹ ਮਿਲਣਗੇ। ਤੇ ਉਹ ਤਦ ਮਿਲਣਗੇ ਜੇ ਅਸੀਂ ਕੰਪੀਟੀਸ਼ਨ ਪ੍ਰਾਈਵੇਟ ਜਿਹੜਾ ਅਦਾਰੇ ਨੇ ਉਹਨਾਂ 'ਚ ਕੰਪੀਟੀਸ਼ਨ ਕਰਾਵਾਂਗੇ ਜੀ। ਜੇ ਅਸੀਂ ਕਰੋਨਿਜ਼ਮ ਕੀਤਾ, ਜੇ ਪੋਲੀਟੀਕਲ ਜਿਹੜੀਆਂ ਜਿੰਨਾ ਸਾਡਾ ਇਨਫਲੂਐਂਸ ਹੈ ਉਹ ਯੂਜ਼ ਕਰਕੇ ਅਸੀਂ ਉਹ ਕੀਤਾ, ਤੇ ਮੈਨੂੰ ਨਹੀਂ ਲੱਗਦਾ ਕਿ ਇੰਨਾ ਪੈਸੇ ਵੀ ਇਕੱਠੇ ਹੋ ਸਕਣ। ਜੋ ਸਾਡਾ ਅਸੀਂ ਐਸਟ ਤੇ ਲੀਜ਼ ਕਰ ਦਿਆਂਗੇ ਪਰ ਜਿਹੜਾ ਸਾਡਾ ਏਮ ਸੀਗਾ ਇਹ ਇੰਨਾ ਸਾਡੇ ਕੋਲ ਪੈਸਾ ਆਉਣਾ ਚਾਹੀਦਾ ਸਰਕਾਰ ਕੋਲ। ਇਹ ਵੀ ਦੇਖਣ 'ਚ ਆਇਆ ਗਿਆ। ਦੇਖੋ ਜੀ ਬਹੁਤ ਸਾਰੀਆਂ ਕੰਪਨੀਆਂ ਐਸੀਆਂ ਨੇ ਜਿਹੜੀਆਂ ਕਿ ਐਨਪੀ ਹੋ ਗਈਆਂ। ਮੰਨ ਲਓ ਕਿਸੇ ਬੈਂਕ ਦੇ ਉੱਪਰ ਉਹਦਾ ਕਰਜ਼ਾ ਹੈਗਾ 60,000 ਕਰੋੜ। ਜਦੋਂ ਇੱਕ ਬੰਦਾ ਉਹ ਐਨਪੀ ਹੋ ਜਾਂਦਾ, ਮੇਰੇ ਕੋਲ ਦੂਸਰੀ ਕੰਪਨੀ ਆਂਦੀ ਹੈ ਉਹਨੂੰ ਖਰੀਦ ਲੈਂਦਾ 12,000 ਕਰੋੜ 'ਚ, ਉਹ 48,000 ਕਰੋੜ ਦਾ ਜਿਹੜਾ ਘਾਟਾ ਬੈਂਕ ਨੂੰ ਪੈ ਜਾਂਦਾ ਹੈ। ਉਹ ਸਾਰਾ ਉਹ ਗੈਪ ਜਿਹੜਾ ਉਹ ਭਰਨਾ ਕਿਵੇਂ ਹੈ? ਦੇਖੋ ਜਿੰਨੀ ਐਨਪੀਏ ਆ ਉਹ ਮੈਜੋਰਿਟੀ ਬੈਂਕ ਕਿਹੜੇ ਪਹਿਲਾਂ ਵੇਖਣ ਦਾ, ਬੈਂਕ ਤੇ ਸਾਰੇ ਨੈਸ਼ਨਲਾਈਜ਼ ਨੇ, ਸਰਕਾਰੀ ਬੈਂਕ ਜੀ। ਤੇ ਉਹ ਕਰਾਨੇ ਸਾਰੇ ਲੀਡਰ ਨੇ ਕਿਉਂਕਿ ਇੱਕ ਮੈਨੇਜਰ ਦੇ ਜਾਂ ਚੇਅਰਮੈਨ ਦੇ ਹੱਥ 'ਚ ਪੋਲੀਟੀਕਲ ਕਲਾਸ ਕਰਾਉਂਦੀ ਹੱਥ ਕੁਝ ਪੈਸਾ ਪਾਵਰ ਹੈ ਜੀ। ਤੁਸੀਂ ਲੋਨ ਲੈਂਦੇ ਹੋ 1 ਕਰੋੜ ਜੀ ਤੁਹਾਡਾ ਤੇ ਨੋਟਿਸ ਭੇਜ ਦਿੰਦੇ, ਤੁਸੀਂ ਪੈਸੇ ਦਿੰਦੇ ਤੇ 200 ਕਿਸੇ ਨੇ ਕਰੋੜ ਲੋਨ ਲਿਆ ਆਪਣਾ। ਕਈ ਇੱਥੇ ਸਾਹਮਣੇ ਨੇ ਸਾਡੇ ਨੀਰਵ ਮੋਦੀ, ਉਹਦੇ 'ਚ ਵਿਜੇ ਮਾਲਿਆ ਹੈ, ਅਨਿਲ ਅੰਬਾਨੀ ਦੀ ਵੀ ਗੱਲ ਕੀਤੀ ਜਾ ਰਹੀ ਹੈ ਵੀ ਬਹੁਤ ਸਾਰਾ ਪੈਸਾ ਹੈ ਜਿਹੜਾ ਨਹੀਂ ਵਾਪਸ ਕਰ ਰਹੇ। ਬਿਲਕੁਲ ਸਹੀ ਹੈ, ਬਿਲਕੁਲ ਉਹਨਾਂ ਕੋਲ ਤਰੀਕੇ ਹੈ ਜੀ। ਹੁਣ ਦੇਖੋ ਇਹਦੇ ਵਿੱਚ ਇੱਕ ਪ੍ਰੋਬਲਮ ਹੋਰ ਵੀ ਜਿਹੜੀਆਂ ਨੇ ਪ੍ਰੋਬਲਮਸ ਆਉਣੀਆਂ ਨੇ ਕਿ ਤੁਸੀਂ 25 ਸਾਲ ਵਾਸਤੇ 30 ਸਾਲ ਵਾਸਤੇ ਕਹਿ ਰਹੇ ਹੋ ਤੇ ਅੱਜ ਬੈਠੇ 25-30 ਸਾਲ ਵਾਸਤੇ ਬੜਾ ਔਖੀ ਗੱਲ ਹੈ ਕਿ ਇਹ 30 ਸਾਲਾਂ ਦੇ ਵਿੱਚ ਕੀ ਹੋਏਗੀ, ਕੀ ਸਿਚੁਏਸ਼ਨ ਹੋਏਗੀ। ਮੈਂ ਤੁਹਾਨੂੰ ਇੱਕ ਛੋਟੀ ਜਿਹੀ ਐਗਜ਼ਾਮਪਲ ਦਿੰਦਾ ਜੀ। ਜਦੋਂ ਡਿਸਇਨਵੈਸਟਮੈਂਟ ਇਹਨਾਂ ਨੇ ਲਿਆਂਦੀ, ਉਹ ਡਿਸਇਨਵੈਸਟਮੈਂਟ ਵਾਲਾ ਪ੍ਰੋਪਰਲੀ ਸਕਸੈਸਫੁਲ ਨਹੀਂ ਹੋਇਆ ਤੇ ਸਰਕਾਰ ਇਸ ਕਰਕੇ ਬਚ ਗਈ ਕਿ ਉਹੋ ਹੀ ਸਮਾਂ ਸੀ ਜਦੋਂ ਸਾਡਾ ਸੌਫਟਵੇਅਰ ਇੰਡਸਟਰੀ ਜੀ ਉਹ ਆਈ ਤੇ ਸਰਵਿਸ ਸੈਕਟਰ ਤੋਂ ਸਾਨੂੰ ਟੈਕਸ ਵਧਾਉਣਾ ਸ਼ੁਰੂ ਹੋ ਗਿਆ। ਸਰਕਾਰ ਨੂੰ ਸੇਵਿੰਗ ਰੇਜ਼ ਹੋ ਗਈ। ਹੁਣ 30 ਸਾਲਾਂ ਬਾਅਦ ਪਤਾ ਨਹੀਂ ਸਕਸੈਸਫੁਲ ਹੁੰਦਾ ਕਿ ਨਹੀਂ ਹੁੰਦਾ। ਉਹ ਅਗਰ ਉਸ ਤਰ੍ਹਾਂ ਦੀ ਕੋਈ ਕੀ ਸਿਨੈਰੀਓ ਹੋਏਗਾ, ਕੌਣ ਜਾਣਦਾ, ਕੀ ਹੋਏਗਾ ਕਿਸੇ ਨੂੰ ਪਤਾ। ਇੱਕ ਵੱਡਾ ਤੇ ਇਹ ਹੈ, ਆਪਾਂ ਕੋਈ ਜੋਸ਼ੀ ਦਾ ਪੰਡਤ ਹੈ ਨਹੀਂ। ਸੈਕੰਡ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹਦਾ ਫਾਇਦਾ ਤਦ ਹੀ ਹੈ ਕਿ ਜੋ ਪੈਸਾ ਅਕਰਿਊ ਹੁੰਦਾ ਆ ਉਹ ਸਰਕਾਰ ਦੁਬਾਰਾ ਇਨਵੈਸਟ ਕਰੇ ਤੇ ਇਕਨੋਮੀ ਗਰੋ ਕਰੇ। ਜਿਹੜਾ ਏਮ ਇਹਨਾਂ ਦਾ ਇਹ ਹੈ ਕਿ ਪੈਸਾ ਕਰਾਂਗੇ, ਇਨਵੈਸਟ ਕਰਾਂਗੇ ਪਬਲਿਕ ਸੈਕਟਰ ਦੇ ਵਿੱਚ, ਇਨਫਰਾਸਟ੍ਰਕਚਰ ਦੇ ਵਿੱਚ, ਉਹਦੇ ਨਾਲ ਪ੍ਰਾਈਵੇਟ ਇਨਵੈਸਟਮੈਂਟ ਵੀ ਆਏਗੀ ਤੇ ਰਿਜ਼ਲਟ ਹੋਏਗਾ ਕਿ ਇਕਨੋਮੀ ਜਿਹੜੀ ਗਰੋ ਕਰਨਾ ਸ਼ੁਰੂ ਕਰੇਗੀ। ਜਿਹੜੇ ਲੋਕ ਇਹਨੂੰ ਕ੍ਰਿਟਿਸਾਈਜ਼ ਕਰਦੇ ਸਾਡੇ ਵਰਗੇ, ਉਹ ਕਹਿੰਦੇ ਕਿ ਜਦੋਂ ਤੁਸੀਂ ਪੈਸਾ ਇਕੱਠਾ ਕਰ ਰਹੇ ਹੋ 6 ਲੱਖ ਕਰੋੜ, ਉਹ ਕਿੱਥੋਂ ਆ ਰਿਹਾ? ਉਹ ਪ੍ਰਾਈਵੇਟ ਸੈਕਟਰ ਤੋਂ ਆ ਰਿਹਾ। ਤੁਸੀਂ ਪ੍ਰਾਈਵੇਟ ਸੈਕਟਰ ਤੋਂ ਪੈਸਾ ਆਪ ਲੈ ਲਿਆ, ਬਿਲਕੁਲ ਠੀਕ ਹੈ ਨਾ।
ਤਾਂ ਉਹ ਉਹਨਾਂ ਕੋਲ ਪੈਸਾ ਨਹੀਂ ਰਹਿਣਾ ਮੁੜ ਕੇ ਹੋਰ ਇਨਵੈਸਟ ਕਰਨ ਵਾਸਤੇ। ਉਹ ਅਸੀਂ ਤੇ ਕਹਿੰਦੇ ਕਰਾਊਡਿੰਗ ਇਨ ਹੋਊਗੀ, ਇਹ ਕਰਾਊਡਿੰਗ ਆਊਟ ਨਾ ਕਿਤੇ ਹੋ ਜਾਵੇ। ਇਹ ਵੀ ਡਰ ਹੈ ਕਿ ਪ੍ਰਾਈਵੇਟ ਸੈਕਟਰ ਦੇਖੋ ਨਾ, ਇਹ ਵੀ ਬੜਾ ਵੱਡਾ ਸਵਾਲ ਹੈ। ਜਿਵੇਂ ਤੁਸੀਂ ਕਿਹਾ ਵੀ ਟੋਲ ਵੱਧ ਜਾਣਗੇ, ਜਗ੍ਹਾ ਜਗ੍ਹਾ ਜਨਤਾ ਨੂੰ ਟੋਲ ਦੇਣਾ ਪਏਗਾ, ਰੇਲਵੇ ਪਲੇਟਫਾਰਮ ਮਹਿੰਗਾ ਹੋਏਗਾ, 에ਅਰਪੋਰਟ ਤੇ ਜਾਣਾ ਮਹਿੰਗਾ ਕੋਈ ਹੋਏਗਾ। ਤੇ ਸਾਹਿਬ ਇਹ ਟੋਲ ਲੀਡਰ ਤਾਂ ਟੋਲ ਦਿੰਦੇ ਨਹੀਂ, ਟੋਲ ਤਾਂ ਦਿੰਦੀ ਜਨਤਾ। ਤੇ ਜਨਤਾ ਤੇ ਪਹਿਲੇ ਟੈਕਸਾਂ ਨਾਲ ਮਾਰੀ ਪਈ ਹੈ, ਜਨਤਾ ਤੇ ਪੈਣਾ। ਜਨਤਾ ਤੇ ਪਹਿਲੇ ਟੈਕਸ ਇੱਕ ਫਿਗਰ ਕਹਿੰਦੀ ਹੈ ਵੀ 3 ਲੱਖ ਜਿਹੜਾ 3 ਕਰੋੜ ਲੋਕ ਜਿਹੜਾ ਸਿਰਫ ਟੈਕਸ ਦੇ ਰਿਹਾ, ਇਨਕਮ ਟੈਕਸ ਦੇ ਰਿਹਾ। ਬਹੁਤ ਥੋੜੇ ਲੋਕ ਹੈ, ਜਨਤਾ ਤੇ ਸਾਰਾ ਸਮਾਲ ਪਰਸੈਂਟੇਜ, ਵੈਰੀ ਸਮਾਲ ਪਰਸੈਂਟੇਜ। ਪਰ ਇਨਡਾਇਰੈਕਟ, ਇਹ ਸਾਰੇ ਇਨਡਾਇਰੈਕਟ ਟੈਕਸ ਨੇ ਨਾ। ਦੇਖੋ ਇਹਦੇ ਵਿੱਚ ਬੜਾ ਹੈਗਾ ਕਿ ਡਾਇਰੈਕਟ ਟੈਕਸਸ ਭਾਵੇਂ ਬੜੀ ਸਮਾਲ ਪ੍ਰੋਪੋਰਸ਼ਨ ਉਹ ਦਿੰਦੀ ਹੈ, ਇਨਕਮ ਟੈਕਸ ਜਾਂ ਵੈਲਥ, ਪਰ ਇਨਡਾਇਰੈਕਟ ਟੈਕਸ ਸਭ ਦੇ ਰਹੇ। ਇਨਡਾਇਰੈਕਟ ਟੈਕਸ ਤੇ ਸਭ ਮੈਜੋਰਿਟੀ ਦੇ ਰਿਹਾ ਜੀ। ਤੁਸੀਂ ਚਾਹੇ ਗਰੀਬ ਹੋ, ਜੇ ਤੁਹਾਡੇ ਕੋਲ ਕਾਰ ਹੈਗੀ ਹੈ, ਮਸੀਂ ਰੱਖੀ ਹੈ, ਤੁਸੀਂ ਬਿਜ਼ਨਸ ਛੋਟਾ ਮੋਟਾ, ਜਦੋਂ ਟੋਲ ਕ੍ਰਾਸ ਕਰਨਾ ਤੁਹਾਨੂੰ ਪੈਸੇ ਦੇਣੇ ਪੈਣੇ। ਇਹ ਪਰ ਦੇਖੋ ਸਾਰਾ ਸਭ ਤੋਂ ਵੱਡਾ ਸਵਾਲ ਹੈ ਵੀ ਜਿਹੜਾ ਕਰੋੜਾਂ ਰੁਪਏ ਜਿਹੜਾ ਜਨਤਾ ਨੇ ਟੈਕਸ ਦਿੱਤਾ, ਉਸ ਟੈਕਸ ਤੋਂ ਇਨਫਰਾਸਟ੍ਰਕਚਰ ਖੜਾ ਹੋਇਆ। ਹੁਣ ਉਸੇ ਇਨਫਰਾਸਟ੍ਰਕਚਰ ਨੂੰ ਤੁਸੀਂ ਪ੍ਰਾਈਵੇਟ ਕੰਪਨੀਆਂ ਨੂੰ ਦੇ ਕੇ ਵੀ ਕਿਸ ਤਰ੍ਹਾਂ ਇਹ ਉਹਨਾਂ ਤੇ ਰਿਲਾਈ ਕਰ ਪਾਓਗੇ? ਦੇਖੋ ਇਹੀ ਤੇ ਜਿਹੜੀ ਇੰਪੋਰਟੈਂਟ ਗੱਲ ਆ, ਇਹੀ ਕੰਮ ਸਰਕਾਰ ਖੁਦ ਕਰ ਸਕਦੀ ਹੈ ਥਰੂ ਪਬਲਿਕ ਬੋਰਿੰਗ। ਕਿਉਂਕਿ ਸਰਕਾਰ ਕੋ ਪੂਰਾ ਤੰਤਰ ਹੈ ਇੱਕ ਪਬਲਿਕ ਬੋਰਿੰਗ। ਇਸ ਵੇਲੇ ਜਿਹੜੀ ਆਰਬੀਆਈ ਦੀ ਰਿਪੋਰਟ ਹੈ ਉਹ ਇਹ ਕਹਿੰਦੀ ਹੈ ਕਿ ਜੇ ਇਹਦੇ ਵਿੱਚ ਨਾ ਸਰਕਾਰ ਕਿਉਂ ਨਹੀਂ ਕਰਦੀ ਪਬਲਿਕ ਬੋਰਿੰਗ, ਉਹਨੂੰ ਨਾ ਤਿੰਨਾਂ ਚੀਜ਼ਾਂ ਦਾ ਡਰ ਰਹਿੰਦਾ। ਇੱਕ ਤੇ ਪੈਸਾ ਰੇਜ਼ ਕਰਨ ਦੀ ਜਿਹੜੀ ਕਾਸਟ ਹੈ, ਕਾਸਟ ਆਫ ਬੋਰਿੰਗ ਜੀ। ਦੂਸਰਾ ਆ ਇਨਫਲੇਸ਼ਨ ਹੋਏਗੀ ਜੀ, ਠੀਕ ਹੈ। ਤੀਸਰਾ ਆ ਕਿ ਇਹ ਰੇਟ ਆਫ ਇੰਟਰਸਟ ਕਿਸ ਤਰ੍ਹਾਂ ਦਾ ਰਹੇਗਾ। ਹੁਣ ਇਸ ਵੇਲੇ ਜਿਹੜੀ ਆਰਬੀਆਈ ਦੀ ਆਈ ਹੈ ਰਿਪੋਰਟ, ਉਹ ਜਿਹੜੀ ਪਬਲਿਕ ਬੋਰਿੰਗ ਆ ਉਹਦਾ ਰੇਟ ਹੈ 5.82, ਸਮਥਿੰਗ ਲਾਈਕ ਦਿਸ, 5.8%। ਇਨਫਲੇਸ਼ਨ ਆਪਣੀ ਜਿਹੜੀ ਕੰਜ਼ਿਊਮਰ ਪ੍ਰਾਈਸ ਇੰਡੈਕਸ ਨਾਲ ਦਿੱਤੀ ਹੈ ਉਹ ਹੈਗੀ ਹੈ 6.2%। ਜੀ। ਇਸ ਵੇਲੇ ਜਿਹੜਾ ਰੀਅਲ ਰੇਟ ਆਫ ਇੰਟਰਸਟ ਉਹ ਨੈਗੇਟਿਵ ਹੈ। ਰੀਅਲ ਰੇਟ ਆਫ ਇੰਟਰਸਟ ਹੁੰਦਾ ਆ ਕਾਸਟ ਆਫ ਬੋਰਿੰਗ ਮਾਈਨਸ ਇਨਫਲੇਸ਼ਨ। ਜੀ, ਠੀਕ ਹੈ। ਹੁਣ ਕਿਉਂਕਿ ਕਾਸਟ ਆਫ ਬੋਰਿੰਗ ਘੱਟ ਹੈ, ਇਨਫਲੇਸ਼ਨ ਜ਼ਿਆਦਾ ਆ, ਤੇ ਇਹ -4% ਹੈ ਰੀਅਲ ਰੇਟ ਆਫ ਇੰਟਰਸਟ। ਸੋ ਇਹਦਾ ਮਤਲਬ ਹੈ ਕਿ ਰੀਅਲ ਜੇ ਤੁਸੀਂ ਗਵਰਨਮੈਂਟ ਆਪ ਬਾਰੋ ਕਰਦੀ ਹੈ ਪਬਲਿਕ ਤੋਂ, ਤੇ ਉਹਦਾ ਰੇਟ ਜਿਹੜਾ ਰੇਟ ਉਹ ਦੇ ਰਹੀ ਹੈ ਉਹ ਤਾਂ ਨੈਗੇਟਿਵ ਹੈ, ਉਹ ਹੈ ਨਹੀਂ ਬਹੁਤ ਜ਼ਿਆਦਾ, ਕਿਉਂਕਿ ਇਨਫਲੇਸ਼ਨ ਰੇਟ ਜ਼ਿਆਦਾ ਹੈ। ਸੋ ਇਸ ਕਰਕੇ ਅਗਰ ਸਰਕਾਰ ਬਾਰੋ ਕਰਦੀ ਹੈ, ਸਰਕਾਰ ਆਪ ਬਾਰੋ ਕਰਦੀ ਆ, ਤਾਂ ਉਹਦੇ ਨਾਲ ਮੇਰੇ ਖਿਆਲ ਜ਼ਿਆਦਾ ਬੈਨੀਫਿਟ ਹੋਏਗਾ। ਸਰਕਾਰ ਇਹ ਕਹਿੰਦੀ ਹੈ ਕਿ ਜੇ ਅਸੀਂ ਬਾਰੋ ਕਰਾਂਗੇ ਤੇ ਇਹਦੇ ਨਾਲ ਜਿਹੜਾ ਵਾ ਇਨਫਲੇਸ਼ਨ ਹੋਰ ਵਧਣ ਦੇ ਚਾਂਸਸ ਹੈ, ਜਿਹੜੇ ਕੋਈ ਇਸ ਵੇਲੇ ਤੇ ਨਹੀਂ ਗੇ ਲੱਗ ਰਹੇ। ਪਰ ਜੇ ਸਰਕਾਰ ਉਹ ਪੈਸਾ ਬਾਰੋ ਕਰਕੇ ਉਹਨੂੰ ਅੱਛੇ ਤਰੀਕੇ ਦੇ ਨਾਲ ਪ੍ਰੋਡਕਟਿਵ ਇਨਵੈਸਟਮੈਂਟ 'ਚ ਕਰਦੀ ਹੈ, ਤੇ ਉਹਦੇ ਨਾਲ ਇਕਨੋਮਿਕ ਐਕਟੀਵਿਟੀ ਵਧੇਗੀ। ਇਕਨੋਮਿਕ ਐਕਟੀਵਿਟੀ ਵਧਣ ਦਾ ਮਤਲਬ ਹੈ ਕਿ ਜਿਹੜੀ ਸਪਲਾਈ ਸਾਈਡ ਆ ਉਹ ਚੀਜ਼ਾਂ ਹੋਰ ਜ਼ਿਆਦਾ ਪ੍ਰੋਡਿਊਸ ਕਰੋਗੇ, ਤਾਂ ਉਹਦੇ ਨਾਲ ਇਨਫਲੇਸ਼ਨ ਵਧਣ ਦੇ ਚਾਂਸਸ ਬਹੁਤ ਘਟ ਜਾਂਦੇ। ਜੇ ਤੁਸੀਂ ਉਹ ਨਹੀਂ ਉਹਨੂੰ ਪ੍ਰੋਡਕਟਿਵਲੀ ਯੂਜ਼ ਕਰਦੇ, ਫਿਰ ਹੈ ਕਿ ਪੈਸਾ ਆ ਗਿਆ ਤੇ ਤੁਸੀਂ ਉਹਨੂੰ ਨਹੀਂ ਕੀਤਾ ਤੇ ਆਪਣਾ ਰਿਟਰਨਸ ਨਹੀਂ ਆਉਣਗੀਆਂ। ਬਟ ਇਹ ਅਗਰ ਇਹਨੂੰ ਪੈਸੇ ਨੂੰ ਤੁਸੀਂ ਪ੍ਰੋਪਰਲੀ ਇਨਵੈਸਟ ਕਰਦੇ ਹੋ, ਪ੍ਰੋਡਕਟਿਵ ਤਰੀਕੇ 'ਚ ਇਨਵੈਸਟ ਕਰਦੇ ਹੋ, ਤਾਂ ਇਕਨੋਮਿਕ ਐਕਟੀਵਿਟੀ ਜਿਹੜੀ ਵਧੇਗੀ, ਉਹਦੇ ਨਾਲ ਇਕਨੋਮੀ ਬੂਸਟ ਕਰੇਗੀ, ਗਰੋਥ ਵਧੇਗੀ। ਮਤਲਬ ਸਰਕਾਰ ਨੂੰ ਇਹ ਚਾਹੀਦਾ ਸੀਗਾ ਵੀ ਇਹ ਜਿਹੜਾ ਇਹਨਾਂ ਨੂੰ ਪ੍ਰਾਈਵੇਟ ਬੰਦਿਆਂ ਨੂੰ ਕਾਲ ਕਰ ਰਹੇ ਆ ਵੀ ਇਹਨਾਂ ਨੂੰ ਆਪ ਇਹਨੂੰ ਕਰਦੇ, ਤੇ ਉਹਦੇ ਨਾਲ ਤਾਂ ਬੇਰੁਜ਼ਗਾਰੀ ਜਿਹੜੀ ਉਹ ਦੂਰ ਹੁੰਦੀ। ਦੇਖੋ ਲੋਕਾਂ ਨੂੰ ਰੋਜ਼ਗਾਰ ਨਹੀਂ ਮਿਲ ਰਿਹਾ, ਜਿਵੇਂ ਤੁਸੀਂ ਪਹਿਲੇ ਕਿਹਾ ਵੀ ਜੇ ਇਹਦੇ ਨਾਲ ਇੱਕ ਤਾਂ ਹੋਏਗਾ ਮਤਲਬ ਐਸੈਟ ਜਿਹੜੇ ਵੀ ਲੀਜ਼ ਆਊਟ ਹੋਣਗੇ, ਉਹਦੇ 'ਚ ਜਿੰਨੇ ਲੋਕ ਕੰਮ ਕਰਦੇ ਆ ਪ੍ਰਾਈਵੇਟ ਸੈਕਟਰ ਵਾਲਾ ਉਹਨੇ ਬੰਦੇ ਨਹੀਂ। ਤੁਸੀਂ ਦੇਖੋ ਨਾ ਜੀ, ਜੀਓ ਗਰੋ ਕਰ ਗਿਆ, BSNL ਮਾਰਤੀ ਗਈ। ਬਿਲਕੁਲ। ਕੁਝ ਐਸੀਆਂ LIC ਦਾ ਉਹਦੀ ਹਾਲਾਤ ਕੀ ਹੈ, ਪੈਟਰੋਲੀਅਮ ਦੇ ਹਾਲਾਤ ਕੀ, ਮਤਲਬ ਕੰਪਨੀਆਂ ਤੇ ਅਰਬਾਂ ਕਰੋੜ ਰੁਪਏ ਕਮਾ ਗਈਆਂ। ਬਿਲਕੁਲ। ਟੈਕਸ ਲੈ ਕੇ ਉਹਦੇ ਤੇ ਕੋਈ ਕੰਟਰੋਲ ਨਹੀਂ ਰਹਿ ਗਿਆ। 2 ਰੁਪਏ ਲੀਟਰ ਵੱਧਦਾ ਸੀ ਪਹਿਲੇ ਪੈਟਰੋਲ ਤੇ, ਆਪ ਸਾਰੇ ਜਨਤਾ ਸੜਕਾਂ ਤੇ ਆ ਜਾਂਦੀ ਸੀ, ਸਾਰੇ ਨੇਤਾ ਸੜਕਾਂ ਤੇ ਆ ਜਾਂਦੇ ਸੀ। ਹੁਣ ਕੋਈ ਗੱਲ ਨਹੀਂ ਕਰਦਾ ਇੱਧਰ। ਬਿਲਕੁਲ ਬਿਲਕੁਲ। ਇਹਦੇ ਸਾਰੇ ਤੇ ਤੁਸੀਂ ਇਹ ਸਾਰੀ ਚੀਜ਼ ਨੂੰ ਕਿਸ ਤਰ੍ਹਾਂ ਦੇਖਦੇ ਹੋ? ਦੇਖੋ, ਮੈਨੂੰ ਲੱਗਦਾ ਹੈ ਕਿ ਆਰਗੇਨਾਈਜ਼ਡ ਤਰੀਕੇ ਦੇ ਨਾਲ ਆਪੋਜੀਸ਼ਨ ਜਿਹੜੀ ਹੈ ਆਰਗੇਨਾਈਜ਼ ਨਹੀਂ ਹੈ। ਜਿੱਥੇ ਆਰਗੇਨਾਈਜ਼ਡ ਹੈ ਲੋਕਾਂ ਦਾ, ਨਹੀਂ ਜੋ ਆਰਗੇਨਾਈਜ਼ਡ ਹੁੰਦੇ ਉਹਨੂੰ ਮੀਡੀਆ ਦਿਖਾਉਂਦਾ ਹੀ ਨਹੀਂ। ਹੁਣ ਜਿਸ ਤਰ੍ਹਾਂ ਫਾਰਮਰ ਵਾਲੇ ਕੇਸ ਦੇ ਵਿੱਚ ਆਰਗੇਨਾਈਜ਼ਡ ਨੇ, ਉਹ ਸਰਕਾਰ ਢੀਠ ਬਣੀ ਹੈ, ਬਟ ਜਿਹੜਾ ਇਹਦਾ ਨੈਟ ਰਿਜ਼ਲਟ ਹੈ ਆਉਣ ਵਾਲੇ ਸਮੇਂ 'ਚ ਪਤਾ ਲੱਗੇਗਾ ਕਿ ਸਰਕਾਰ ਤੇ ਬੜੀ ਢੀਠ ਹੈ। ਉਹਨਾਂ ਨੂੰ ਪਤਾ ਵੀ ਅਸੀਂ ਹੈਗੇ ਆ, ਵੀ ਸ਼ਾਇਦ ਉਦੋਂ ਤੱਕ ਸਿਚੁਏਸ਼ਨ ਚੇਂਜ ਹੋ ਜਾਏ। ਬਟ ਜਿਹੜੀ ਇਹ ਸਰਕਾਰ ਦੀ ਇਨਸੈਂਸਿਟਿਵਿਟੀ ਹੈ ਨਾ, ਇਹ ਅੱਛੀ ਨਹੀਂ ਹੈ, ਕਿਉਂਕਿ ਡੈਮੋਕ੍ਰੇਸੀ ਦੇ ਵਿੱਚ ਅਸੀਂ ਕਹਿੰਦੇ ਹਾਂ ਇਸ ਗਵਰਨਮੈਂਟ ਆਫ ਦਾ ਪੀਪਲ, ਬਾਏ ਦਾ ਪੀਪਲ, ਫॉर ਦਾ ਪੀਪਲ। ਹੁਣ ਇਹਦੇ ਵਿੱਚ ਇਹ ਆਫ ਦ ਇਹ ਵਾਲੀ ਤਾਂ ਗੱਲ ਹੈਗੀ ਕਿ ਚੁਣਤਾ, ਠੀਕ ਹੈ ਨਾ, ਸਰਕਾਰ ਬਾਏ ਲੋਕਾਂ ਨੇ ਚੁਣਤਾ, ਲੇਕਿਨ ਫॉर ਵਾਲੀ ਗੱਲ ਨਹੀਂ ਦਿਖਾਈ ਦੇ ਰਹੀ ਕਿ ਫॉर ਦਾ ਪੀਪਲ ਵਾਲੀ ਦੀ ਗੱਲ ਹੈ। ਦੇਖੋ ਸਭ ਕੁਝ ਆਪ ਹੀ ਕਰੀ ਜਾ ਰਹੇ ਜੀ। ਨਾਲੇ ਸਭ ਮਤਲਬ ਕਿਸੇ ਦੀ ਕੋਈ ਜਨਤਾ ਨੂੰ ਥੋੜੀ ਕੋ ਪੁੱਛ ਰਿਹਾ ਨਾ। ਜਨਤਾ
ਕੁਝ ਲੋਕਾਂ ਦੇ ਹਿੱਤ ਅੱਗੇ ਰੱਖੇ ਜਾ ਰਹੇ। ਬਿਲਕੁਲ। ਪਰ ਤੁਹਾਨੂੰ ਕੀ ਲੱਗਦਾ ਵੀ ਇਹਦੇ 'ਚ ਹੋਰ ਕੀ ਜਿਹੜੀਆਂ ਕਮੀਆਂ ਹੈਗੀਆਂ ਸਾਰੀ ਸਿਸਟਮ 'ਚ? ਦੇਖੋ ਇਹ ਜਿਹੜਾ ਇਹ ਮਤਲਬ ਪਹਿਲੀ ਤੇ ਗੱਲ ਜਿਹੜੀ ਮਤਲਬ ਮੈਂ ਤੇ ਇਸ ਹੱਕ 'ਚ ਨਹੀਂ ਹੈ ਕਿ ਇਹਨੂੰ ਲੀਜ਼ ਆਊਟ ਕੀਤਾ ਜਾਵੇ। ਸਰਕਾਰ ਅਗਰ ਇਹਨੂੰ ਪ੍ਰੋਪਰਲੀ ਇੰਪਲੀਮੈਂਟ ਕਰਦੀ ਹੈ ਤੇ ਸਰਕਾਰ ਚੰਗੀ ਤਰੀਕੇ ਦੇ ਨਾਲ ਕਰੇ ਤੇ ਇਹਦੀ ਰਿਟਰਨਸ ਜਿਹੜੀਆਂ ਵਾ ਉਹ ਅੱਛੀਆਂ ਆਉਣਗੀਆਂ। ਮਤਲਬ ਗਲੋਬਲਾਈਜੇਸ਼ਨ ਗਲੋਬਲ ਪ੍ਰਾਈਵੇਟਾਈਜੇਸ਼ਨ ਦੇ ਨਾਲ ਤੇ ਜੇ ਸਰਕਾਰ ਨੂੰ ਪੈਸੇ ਚਾਹੀਦੇ ਆ ਤੇ ਪਬਲਿਕ ਬੋਰਿੰਗ ਕਰ ਸਕਦੀ ਹੈ। ਪਬਲਿਕ ਬੋਰਿੰਗ ਨਾਲ ਫੰਡ ਜਿਹੜੇ ਬੌਂਡ ਮਾਰਕੀਟ ਦਾ ਸਹਾਰਾ ਲੈ ਕੇ ਇਹ ਜਿਹੜੇ ਫੰਡਸ ਜਿਹੜੇ ਜਨਰੇਟ ਕੀਤੇ ਸਕਦੇ, ਜਿਹੜੇ ਪੋਜ਼ਿਟਿਵਲੀ ਅਗਰ ਤੁਸੀਂ ਉਹਨਾਂ ਨੂੰ ਇਨਵੈਸਟ ਕਰਦੇ ਹੋ ਤਾਂ ਜਿਹੜੀ ਇਕਨੋਮੀ ਉਹਦੇ 'ਚ ਬੂਸਟ ਆਏਗਾ। ਜਿਹੜੀ ਪ੍ਰਾਈਵੇਟ ਇਨਵੈਸਟਮੈਂਟ ਹੈ ਉਹ ਫਰਦਰ ਹੋਏਗੀ, ਕਰਾਊਡਿੰਗ ਇਨ ਹੋਏਗੀ ਪ੍ਰਾਈਵੇਟ ਇਨਵੈਸਟਮੈਂਟ ਦੀ। ਕਿਉਂਕਿ ਸਾਡੀ ਇਕਨੋਮਿਕਸ ਦੇ ਵਿੱਚ ਫੰਡਾਮੈਂਟਲ ਹੈ ਕਿ ਜਦੋਂ ਵੀ ਸਾਡੇ ਦੋ ਥਿਅਰੀਜ਼ ਹੈਗੀਆਂ ਸੀਗੀਆਂ, ਉਹਦੇ 'ਚ ਇੱਕ ਥਿਅਰੀ ਹੈ ਉਹਨੂੰ ਅਸੀਂ ਅਨਬੈਲੈਂਸਡ ਗਰੋਥ ਥਿਅਰੀ ਕਹਿੰਦੇ ਹਾਂ। ਉਹ ਅਨਬੈਲੈਂਸਡ ਗਰੋਥ ਥਿਅਰੀ ਕੀ ਕਹਿੰਦੀ ਹੈ ਕਿ ਪਹਿਲੋਂ ਸਰਕਾਰ ਇਨਵੈਸਟਮੈਂਟ ਕਰੇ ਇਨਫਰਾਸਟ੍ਰਕਚਰ ਦੇ ਵਿੱਚ ਤੇ ਉਸ ਨੂੰ ਵੇਖ ਕੇ ਪ੍ਰਾਈਵੇਟ ਸੈਕਟਰ ਜਿਹੜਾ ਉਹ ਆਪ ਇਨਵੈਸਟ ਕਰੇਗਾ। ਲਾਈਕ ਤੁਸੀਂ ਬੈਂਕ ਖੋਲਦੇ ਹੋ, ਸਕੂਲ ਖੋਲਦੇ ਹੋ, ਹਸਪੀਟਲਸ ਖੋਲਦੇ ਹੋ, ਸੜਕਾਂ ਬਣਾਉਂਦੇ ਹੋ, ਬ੍ਰਿਜਸ ਬਣਾਉਂਦੇ ਹੋ, ਪੋਰਟਸ ਬਣਾਉਂਦੇ ਹੋ, ਰੇਲਵੇ ਸਟੇਸ਼ਨ ਬਣਾਉਂਦੇ ਹੋ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਨਾ ਫੈਸਿਲੀਟੇਟ ਕਰਦੀਆਂ ਨੇ ਹੋਰ ਇਕਨੋਮਿਕ ਐਕਟੀਵਿਟੀ ਨੂੰ, ਚਾਹੇ ਇੰਡਸਟਰੀਅਲ ਹੋਵੇ। ਹੁਣ ਤੁਸੀਂ ਦੇਖੋ ਇਹ ਤੇ ਜਿਸ ਤਰ੍ਹਾਂ ਆਪਣੇ ਪੰਜਾਬ ਦੇ ਵਿੱਚ ਐਗਜ਼ਾਮਪਲ ਸੀ ਕਿ ਗੋਇੰਦਵਾਲ ਸਾਹਿਬ ਦਾ ਇਹਨਾਂ ਨੇ ਇੰਡਸਟਰੀਅਲ ਫੋਕਲ ਪੁਆਇੰਟ ਬਣਾਇਆ ਤੇ ਉੱਥੇ ਰੇਲਵੇ ਲਾਈਨ ਦਿੱਤੀ ਚੀਜ਼ਾਂ ਤਾਂ ਕਿ ਜਿਹੜੀ ਕਨੈਕਟੀਵਿਟੀ ਬੈਟਰ ਬਣੇ, ਕਮਿਊਨੀਕੇਸ਼ਨ ਬੈਟਰ ਬਣੇ ਤਾਂ ਕਿ ਉੱਥੇ ਲੋਕ ਜਿਹੜੇ ਆ ਜਾ ਕੇ ਆਪਣੀ ਇੰਡਸਟਰੀ ਜਿਹੜੀ ਹੈ ਐਸਟੈਬਲਿਸ਼ ਕਰ ਸਕਣ। ਉਹ ਵੱਖਰੀ ਗੱਲ ਹੈ ਕਿ ਨਹੀਂ ਹੋਈ, ਉਹਦੇ ਕਈ ਹੋਰ ਕਾਰਨ ਹੋ ਸਕਦੇ ਆ। ਜੀ ਪਰ ਸਭ ਦੇਖੋ ਐਸਾ ਕਿਹਾ ਜਾ ਰਿਹਾ ਕਿ ਕਰੋਨਾ ਦੇ ਵਿੱਚ ਤੇ ਬਹੁਤ ਬੁਰੀ ਹਾਲਤ ਰਹੀ ਇਕਨੋਮੀ ਦੀ। ਦੋ ਬੰਦੇ ਗਰੋ ਕਰ ਗਏ, ਅੰਬਾਨੀ ਤੇ ਅਡਾਨੀ, ਤੇ ਇਹਦੇ ਵਿੱਚ ਵੀ ਤੇ ਕਿਸੇ ਸਰਕਾਰ ਇਹ ਤਾਂ ਨਹੀਂ ਵੀ ਸਿਰਫ ਆਪਣੇ ਚਹਤੇ ਜਿਹੜੇ ਉਹਨਾਂ ਦੇ ਕੋਲ ਉਹਨਾਂ ਦੀ ਗੋਦ 'ਚ ਖੇਡ ਰਹੇ ਨੇ ਉਹਨਾਂ ਨੂੰ ਹੀ ਪ੍ਰਮੋਟ ਕਰੀ ਜਾਏ। ਦੇਖੋ ਇਹ ਗੱਲ ਜਿਹੜੀ ਹੈ ਨਾ ਤੁਹਾਡੇ ਸਾਹਮਣੇ ਆ ਜਾਣੀ ਹੋਰ ਆਉਣ ਵਾਲੇ ਸਮੇਂ ਦੇ ਵਿੱਚ ਕਿ ਉਹ ਕਿਹੜੇ ਪ੍ਰਾਈਵੇਟ ਕਾਰਪੋਰੇਟ ਹਾਊਸਿਸ ਨੇ ਜਿਨ੍ਹਾਂ ਨੂੰ ਇਹ ਲੀਜ਼ ਆਊਟ ਕੀਤਾ ਜਾਂਦਾ। ਜਿਸ ਤਰ੍ਹਾਂ ਮੈਂ ਪਹਿਲਾਂ ਕਿਹਾ ਕਿ ਅਗਰ ਸਰਕਾਰ ਚਾਹੁੰਦੀ ਹੈ ਕਿ ਇਹਨੂੰ ਪ੍ਰੋਪਰ ਪੈਸੇ ਰੀਅਲਾਈਜ਼ ਕਰੇ, ਜੇ ਇਹੀ ਕੰਮ ਕਰਨਾ ਹੈ, ਹਾਲਾਂਕਿ ਮੈਂ ਇਹਦੇ ਹੱਕ 'ਚ ਨਹੀਂ ਹੈ, ਤਾਂ ਫਿਰ ਇਹਨਾਂ ਨੂੰ ਗਲੋਬਲ ਟੈਂਡਰ ਦੇਣਾ ਚਾਹੀਦਾ, ਕੰਪੀਟੀਸ਼ਨ ਜਿਹੜਾ ਵਧਾਉਣਾ ਚਾਹੀਦਾ ਤਾਂ ਕਿ ਮੋਨੋਪਲਾਈਜ਼ ਨਾ ਹੋ ਜਾਏ। ਤੇ ਪਰਸ਼ਬ ਜਿਵੇਂ ਸਰਕਾਰ ਐਨਪੀਏ ਹੋ ਗਿਆ ਜੀ, ਸਰਕਾਰ 8 ਲੱਖ ਕਰੋੜ ਰੁਪਏ ਐਨਪੀਏ ਦੇਖੋ ਸਰਕਾਰ ਜੇ ਉਹ ਇਕੱਠਾ ਕਰਨ ਲੱਗ ਜਾਏ, ਉਹ ਕਿਉਂ ਨਹੀਂ ਇਕੱਠਾ ਕਰ ਬਈ ਜਾਂ ਇਕੱਠਾ ਹੋ ਨਹੀਂ ਰਿਹਾ ਜਾਂ ਸਰਕਾਰ ਦੀ ਮਨਸ਼ਾ ਨਹੀਂ। ਸਵਾਲ ਤੇ ਗਵਰਨੈਂਸ ਤੇ ਰੇਜ਼ ਹੋ ਹੀ ਰਹੇ ਨੇ ਕਿ ਜੇ ਤੁਸੀਂ ਮਤਲਬ ਜੇ ਤੁਹਾਨੂੰ ਪਤਾ ਹੈ ਕਿ ਫਲਾਣੇ ਬੰਦੇ ਨੇ ਉੱਡ ਕੇ ਜਾਣਾ, ਪਹਿਲੋਂ ਪਤਾ ਤੇ ਉਹਨੂੰ ਫੜਿਆ ਨਹੀਂ, ਉਹ ਜਦੋਂ ਉੱਡ ਗਿਆ ਫਿਰ ਲਾ ਹੋ ਗਈ। ਠੀਕ ਹੈ ਨਾ ਸਰ। ਉਹ ਪਹਿਲੀ ਗੱਲ ਤੇ ਸਵਾਲ ਹੈ ਵੀ ਜਿਹਦੀ ਪ੍ਰਾਪਰਟੀ ਮੰਨ ਲਓ 100 ਕਰੋੜ ਦੀ ਹੈ, ਉਹਨੂੰ 10,000 ਕਰੋੜ ਦਾ ਲੋਨ ਦਵਾਉਂਦਾ ਕੌਣ ਰਿਹਾ? ਬਿਲਕੁਲ। ਜੇ ਕੋਈ ਦਵਾ ਰਿਹਾ ਉਹਨੂੰ ਫੜ ਕੇ ਉਹਨੂੰ ਸਜ਼ਾ ਮਿਲਣੀ ਚਾਹੀਦੀ ਹੈ। ਇਹੀ ਗੱਲ ਜਿਹੜੀ ਹੈ ਨਾ ਹਮੇਸ਼ਾ ਹੀ ਕਹਿੰਦਾ ਹੈ ਕਿ ਜੇ ਪੈਸਾ ਪ੍ਰਾਈਵੇਟ ਜਿਹੜੇ ਕਾਰਪੋਰੇਟ ਹਾਊਸਿਸ ਨੇ ਉਹ ਆਪਣਾ ਪੈਸਾ ਤੇ ਲਾਉਂਦੇ ਨਹੀਂ, ਪੈਸਾ ਬੈਂਕਾਂ ਦਾ ਪੈਸਾ ਜਾਂ ਉਹ ਆਈਪੀਓ ਕਰ ਦਿੰਦੇ ਕੀ ਉਹ ਜਾਂ ਪਬਲਿਕ ਦਾ ਆਈਪੀਓ ਲਾਂਚ ਕਰ ਦੇਣਗੇ। ਉਹ ਉਸੇ ਤਰੀਕੇ ਦੇ ਨਾਲ ਸਰਕਾਰ ਨਹੀਂ ਕਰ ਸਕਦੀ। ਸਰਕਾਰ ਦੇਖੋ ਘੱਟੋ ਘੱਟ ਇਨਫਰਾਸਟ੍ਰਕਚਰ ਜਿਹੜਾ ਆ ਉਹ ਸਰਕਾਰ ਨੂੰ ਜਨਰੇਟ ਕਰਨਾ ਚਾਹੀਦਾ ਹੈ ਤਾਂ ਕਿ ਲੋਕਾਂ ਦੇ ਵੀ ਭਾਰ ਘੱਟ ਪਵੇ। ਮਤਲਬ ਇਹ ਤਾਂ ਨਹੀਂ ਲੱਗਦਾ ਪ੍ਰੈਸ਼ਰ ਵੀ ਇਸ ਤੋਂ ਤੇ ਐਂ ਲੱਗ ਰਿਹਾ ਵੀ ਸਰਕਾਰ ਚਾਹੁੰਦੀ ਵੀ ਜਿਹੜੇ ਸਾਡੇ ਲੀਡਰ ਚੁਣ ਕੇ ਆਉਣ ਉਹ ਸਿਰਫ ਮौज ਮਸਤੀ ਤੱਕ ਸੀਮਿਤ ਰਹਿਣ, ਵੀ ਸਾਡੀ ਕੋਈ ਜ਼ਿੰਮੇਵਾਰੀ ਨਾ ਹੋਵੇ, ਸਾਨੂੰ ਕੋਈ ਲੋਕ ਪੁੱਛਣ ਨਾ, ਵੀ ਸਾਨੂੰ ਜਦੋਂ ਲੋਕ ਪੁੱਛਣ ਤਾਂ ਅਸੀਂ ਕਹਿ ਦਈਏ ਨਹੀਂ ਤੇ ਪਹਿਲੇ ਪ੍ਰਾਈਵੇਟ ਕਰਤਾ। ਦੇਖੋ ਗੱਲ ਇਹ ਹੈ ਕਿ ਫਿਰ ਉਹ ਅਲਟੀਮੇਟਲੀ ਉੱਥੇ ਆ ਜਾਂਦੀ ਹੈ ਕਿ ਉਹ ਸਾਡੇ ਤੇ ਆਉਂਦੀ ਹੈ, ਲੋਕਾਂ ਤੇ ਆਉਂਦੀ ਹੈ ਕਿ ਸਰਕਾਰ ਕਿਸ ਤਰ੍ਹਾਂ ਦੀ ਚੁਣਦੇ ਆ ਅਸੀਂ। ਜੇ ਅਸੀਂ ਸਰਕਾਰ ਸਵਾਲ ਪੁੱਛਾਂਗੇ, ਠੀਕ ਹੈ, ਜਿਸ ਤਰ੍ਹਾਂ ਹੁਣ ਅੱਜ ਕੱਲ੍ਹ ਫਾਰਮਰ ਐਜੂਕੇਸ਼ਨ ਤੁਸੀਂ ਦੇਖਦੇ ਹੋ ਤੇ ਪੋਲੀਟੀਕਲ ਕਲਾਸ ਨੂੰ ਸਵਾਲ ਪੁੱਛਦੇ, ਪੋਲੀਟੀਕਲ ਕਲਾਸ ਔਖੀ ਹੋਈ ਪਈ ਹੈ ਜੀ। ਜੇ ਸਵਾਲ ਲੋਕ ਪੁੱਛਣਗੇ, ਚੰਗੇ ਲੋਕਾਂ ਨੂੰ ਅੱਗੇ ਲੈ ਕੇ ਆਉਣਗੇ, ਕਿਉਂਕਿ ਸਾਡਾ ਡੈਮੋਕ੍ਰੈਟਿਕ ਸਿਸਟਮ ਇਸ ਤਰ੍ਹਾਂ ਦਾ ਬਣਾਤਾ ਹੈ ਕਿ ਫਿਊ ਪਾਰਟੀਆਂ ਨੇ ਉਹ ਤੋਂ ਬਾਅਦ ਕੋਈ ਸੋਚਦਾ ਨਹੀਂ ਕਿ ਜੇ ਪਾਰਟੀ ਤੋਂ ਚੰਗੇ ਜਿੰਨੀ ਦੇਰ ਤੱਕ ਅਸੀਂ ਇਹ ਨਹੀਂ ਦੇਖਦੇ ਕਿ ਇੰਡੀਵਿਜੂਅਲ ਜਿਹਨੂੰ ਅਸੀਂ ਵੋਟ ਪਾ ਰਹੇ ਹਾਂ ਕੀ ਉਹ ਕੰਪੀਟੈਂਟ ਹੈ ਕਿ ਨਹੀਂ। ਜੇ ਅਸੀਂ ਸਿਰਫ ਇਹ ਦੇਖਣਾ ਕਿ ਇਹ ਏ ਪਾਰਟੀ ਦਾ ਜਾਂ ਬੀ ਪਾਰਟੀ ਦਾ, ਅਸੀਂ ਪਾਰਟੀ ਨੂੰ ਵੋਟ ਪਾਉਣੀ ਹੈ ਤੇ ਇੰਡੀਵਿਜੂਅਲ ਕਿਸ ਤਰ੍ਹਾਂ ਦਾ ਹੈ, ਤੇ ਫਿਰ ਤੇ ਇਹੀ ਹਾਲਾਤ ਰਹੂਗੇ। ਜਿੱਤਣ ਤੋਂ ਬਾਅਦ ਪ੍ਰੈਸ਼ਰ ਸਾਰੇ ਇੱਕੋ ਜਿਹੇ ਉੱਪਰ ਹੋ ਜਾਂਦੇ। ਨਹੀਂ, ਜ਼ਰੂਰੀ ਨਹੀਂ ਹੈ। ਕੋਈ ਚੰਗੇ ਲੋਕਾਂ ਨੂੰ ਅਗਰ ਤੁਸੀਂ ਫੋਰਨ ਕੰਟਰੀ ਦਾ ਦੇਖੋ, ਨਿਊਜ਼ੀਲੈਂਡ ਦੇਖੋ, ਇੱਕ ਯੰਗ ਲੇਡੀ ਮਤਲਬ ਉਹ ਆਈ ਹੈ, ਸ਼ੀ ਇਜ਼ ਵੈਰੀ ਕਮਿਟਡ। ਸਾਨੂੰ ਉਮੀਦਾਂ ਤੇ ਬਹੁਤ ਸੀਗੀ ਇੱਥੇ ਵੀ। ਹਾਂ ਹੁਣੀ ਨਹੀਂ, ਉਮੀਦ ਤੇ ਦੁਨੀਆ ਜਿੰਦੀ ਹੈ ਜੀ, ਉਮੀਦ ਤੇ ਕਰਨੀ ਪਊ। ਲੋਕਾਂ ਕੋਲ ਆਲਟਰਨੇਟਿਵ ਕੀ ਹੈ? ਉਮੀਦ ਤੋਂ ਬਗੈਰ ਆਲਟਰਨੇਟਿਵ ਕੋਈ ਨਹੀਂ ਹੈ, ਉਮੀਦ ਹੀ ਕਰਨੀ ਪਏਗੀ। ਆਲਟਰਨੇਟਿਵ ਤਾਂ ਤੁਸੀਂ ਤਜਰਬੇ ਹੀ ਕਰੀ ਜਾ ਰਹੇ ਹੋ। ਅਸੀਂ ਪਿਛਲੇ 70 ਸਾਲ ਤੋਂ ਤਜਰਬੇ ਹੀ ਕਰੀ ਜਾ ਰਹੇ ਹਾਂ। ਲੇਕਿਨ ਮੇਰਾ ਜਿਹੜਾ ਮੈਂ ਜੋ ਦੇਖ ਰਿਹਾ ਆਉਣ ਵਾਲੇ ਸਮੇਂ ਦੇ ਹਰ ਵਾਰ ਪਿਛਲੀ ਵਾਰ ਨੂੰ ਅਸੀਂ ਚਾਹੁੰਦੇ ਚੰਗਾ ਹੋਵੇ, ਹੁੰਦਾ ਉਸ ਤੋਂ ਮਾੜਾ। ਮਤਲਬ ਕੁੱਲ ਮਿਲਾ ਕੇ ਪ੍ਰਸ਼ਰ ਦੇਖੋ, ਬੇਰੁਜ਼ਗਾਰੀ ਇਹਦੇ ਨਾਲ ਤੁਹਾਨੂੰ ਕੀ ਲੱਗਦਾ? ਇਕਨੋਮਿਸਟ ਬੇਰੁਜ਼ਗਾਰੀ ਵਧੇਗੀ ਇਹਦੇ ਨਾਲ? ਬਿਲਕੁਲ। ਜਿਹੜੇ ਲੋਕ ਆਲਰੇਡੀ ਉਹਨਾਂ 'ਚ ਕੰਮ ਕਰਦੇ ਆ ਉਹਨਾਂ 'ਚੋਂ ਲੇ ਆਫ ਦੇ ਚਾਂਸਸ ਬਹੁਤ ਜ਼ਿਆਦਾ ਹੈ। ਤੁਸੀਂ ਕੁਝ ਹੋਰ ਕਹਿਣਾ ਚਾਹੋ?
ਨਹੀਂ, ਮੈਂ ਤਾਂ ਸਿਰਫ ਲੋਕਾਂ ਨੂੰ ਮੇਰੀ ਇਹ ਆ ਕਿ ਜਦੋਂ ਤੁਸੀਂ ਲੀਡਰਸ਼ਿਪ ਚੁਣਦੇ ਹੋ ਤਾਂ ਉਹ ਉਦੋਂ ਜ਼ਰੂਰ ਧਿਆਨ ਰੱਖੋ ਕਿ ਅਸੀਂ ਕਿੰਨਾ ਲੋਕਾਂ ਨੂੰ ਜਿਹੜੀ ਆਪਣੀ ਵੋਟ ਜਿਹੜੀ ਹੈ ਦੇ ਰਹੇ ਹਾਂ, ਤਾਂ ਕਿ ਇਹਨਾਂ ਛੋਟੀ ਛੋਟੀ ਕਨਸੀਡਰੇਸ਼ਨ ਤੋਂ ਉੱਪਰ ਉੱਠ ਕੇ ਜਿਹੜਾ ਆ ਕਰਨਾ ਚਾਹੀਦਾ। ਸਾਨੂੰ ਇਹ ਜ਼ਰੂਰ ਦੇਖਣਾ ਚਾਹੀਦਾ ਕਿ ਦੇਸ਼ ਦੇ ਵਿੱਚ ਇਨਫਲੇਸ਼ਨ ਦਾ ਕੀ ਹਾਲ ਹੈ। ਹਰ ਦੂਜੇ ਦਿਨ ਤੁਸੀਂ ਗੈਸ ਸਿਲੰਡਰ ਜਿਹੜਾ 15 ਦਿਨਾਂ 'ਚ 50 ਰੁਪਏ ਤੁਸੀਂ ਵੱਧ ਰਿਹਾ, ਉਹਦੇ ਤੇ ਰਿਐਕਸ਼ਨ ਕਿਉਂ ਨਹੀਂ? ਪੈਟਰੋਲ ਦੀਆਂ ਕੀਮਤਾਂ ਕਿੱਥੇ ਚਲ ਗਈਆਂ? ਔਰ ਖਾਸ ਕਰਕੇ ਉਦੋਂ ਜਦੋਂ ਕੋਈ ਸਾਰਾ ਕੁਝ ਟੈਕਸ ਕਰਕੇ ਹੋ ਰਿਹਾ, ਨਾ ਕਿ ਇੰਟਰਨੈਸ਼ਨਲ ਮਾਰਕੀਟ ਕਰਕੇ ਹੋ ਰਿਹਾ। ਸੋ ਇਹ ਤਦ ਹੀ ਹੋ ਸਕਦਾ ਕਿ ਜੇ ਲੋਕ ਯੂਨਾਈਟਿਡ ਐਫਰਟ ਕਰਨ ਕਿ ਇਹ ਜਿਹੜੀਆਂ, ਔਰ ਉਹ ਯੂਨਾਈਟਿਡ ਐਫਰਟ ਉਹੀ ਹੈ ਕਿ ਜਦੋਂ ਚੁਣਦੇ ਹੋ ਉਦੋਂ ਜ਼ਰੂਰ ਧਿਆਨ ਰੱਖੋ। ਸਰ ਯੂਨਾਈਟਿਡ ਐਫਰਟ ਕਿਵੇਂ ਹੋ ਸਕਦੇ? ਅਸੀਂ ਕਈ ਤਰ੍ਹਾਂ ਦੀਆਂ ਤੇ ਭਾਸ਼ਾ ਬੋਲਦੇ ਹਾਂ, ਹਰ ਸਟੇਟ 'ਚ ਅਲੱਗ-ਅਲੱਗ ਹੈ, ਉੱਪਰ ਫਿਰ ਮੈਨੂੰ ਲੱਗਦਾ ਕਿ ਭਾਵੇਂ ਭਾਸ਼ਾ ਕੋਈ ਵੀ ਹੈ, ਅਲਟੀਮੇਟਲੀ ਪ੍ਰੋਬਲਮ ਸਾਰਿਆਂ ਦੀਆਂ ਸੇਮ ਨੇ ਜੀ। ਹੁਣ ਤੁਸੀਂ ਫਾਰਮਰ ਐਜੀਟੇਸ਼ਨ 'ਚ ਦੇਖੋ, ਹੌਲੀ ਹੌਲੀ ਜਿਉਂ ਦੂਜੀਆਂ ਸਟੇਟਾਂ ਦੇ ਵਿੱਚ ਪਤਾ ਲੱਗ ਰਿਹਾ ਹੈ ਫਾਰਮਰਸ ਨੂੰ ਕਿ ਇਹ ਲੋਕ ਜਿਹੜੇ ਰੌਲਾ ਪਾ ਰਹੇ ਤੇ ਸਾਡੀ ਗੱਲ ਕਰ ਰਹੇ ਤੇ ਉਹ ਬਹੁਤ ਵੱਡੇ लेवल पे लोग इकट्ठे हो रहे हैं। धन्यवाद हमारे साथ बात करने के लिए। प्रोफेसर शरणजीत सिंह ढिल्लों इकोनॉमिस्ट हैं, गुरु नानक देव यूनिवर्सिटी में ये प्रोफेसर रह चुके हैं कई साल तक। इनका कहना है कि ये सरकार का तरीका ठीक नहीं है। लाखों करोड़ रुपया अगर प्राइवेटाइज सेक्टर से इकट्ठा करना है तो फिर सरकार अपने दम पर ऐसा क्यों नहीं कर सकती है? ये बहुत बड़ा सवाल है। और एनपीए जो लाखों करोड़ रुपए लोग डकार कर बैठ गए हैं, उसके लिए कौन जिम्मेदार है? सरकारें उस पैसे को वापस लाने के लिए क्या कर रही हैं? ऐसी बहुत सी उदाहरणें ऐसी कई बार हम लोग देखते हैं, पढ़ते भी हैं कि अखबारों में आता है कि कंपनी होती है 60,000 करोड़ की, सेटलमेंट हो जाती है 12,000 करोड़ में, तो बाकी 48,000 करोड़ रुपया एनपीए में चला जाता है। आखिरकार इसके लिए कौन जिम्मेदार है? जब तक जनता अपने नेताओं से ये सवाल नहीं पूछेगी तब तक जनता पिसती रहेगी। टोल आपको, अब देखिए, पहले आपको गाड़ी खरीदते हैं तो आपसे रोड टैक्स लिया जाता है, फिर आपसे टोल टैक्स लिया जाता है जो आपको आजीवन देना पड़ता है। मतलब सरकार अपने चहेतों को अरबपति बनाने में कोई कसर नहीं छोड़ रही है। अमृतसर से D4 न्यूज़ के लिए दीपक भंडारी की खास रिपोर्ट।